कबीर कबीर मेरा हमझ मैं किश नहीं, जो किश है सो तेरा, तेरा तुझको सौंपते क्या लागे मेरा। मेरा मुझ में किश नहीं, कबीर तू तू करता तू हुआ। आओ कोशिश करिए उस परिपूर्ण परमात्मा दे गुणां नूं समझण दी, तू करन दी, ते नाल नाल अपनी जिंदगी दे अंदरों हूं मुकाउण दी कोशिश करिए। बस यही लाभ है सतगुरां दी गोद विच बैठण दा। गुरां कोल बैठ के गुरां वर्गे बणीए, सतगुरां दी बाणी नूं अपनी जिंदगी दा हिस्सा बनाईए। गरीब निवास सच्चे पातशाह जी दे पावन सिद्धांत, पावन फिलोसफी नूं, पावन उपदेशां नूं अपनी जिंदगी दे अंदर पैदा करके विखाउण दी कोशिश करिए। विद्यालय, चिटसाल, पाठशाल, स्कूल, कॉलेज, यूनीवर्सिटी उदों महान बनते हैं जदों उत्थों दे पढ़न वाले विद्यार्थी महान होंदे हैं। किसी इंस्टीट्यूट दियां बिल्डिंगां दी तारीफ नहीं हुंदी, उत्थों दे फर्नीचर की चर्चा नहीं हुंदी, उत्थों दे माहौल की चर्चा नहीं हुंदी। जदों भी दुनिया विच चर्चा होनी है उत्थों दे पढ़न वाले विद्यार्थियों के आसरे ते होनी है। सो गुरु की गोद विच बैठ के असी सारे विद्यार्थी बन के पढ़न की कोशिश करते हाँ। आओ अपने अंदर लायक विद्यार्थियों वाले गुण पैदा करके दस सकीए असी किस चटसाल दे विद्यार्थी हाँ, असी इत्थे बह के की पढ़ते हाँ, सतगुरु जी सानू की पढ़ाउंदे हैं। कबीर तू तू करता तू हुआ, मुझ में रहा न हूँ। जब आपा पर का मिट गया, जत देखो तत तू। जब आपा पर का मिट गया, जत देखो तत तू। जब हम होते तब तू नहीं, अब तू ही मैं नहीं। जदों मैं उदों तू नहीं, जदों तू उदों मैं नहीं। सिंपल और सीधे शब्द ने साडे गुरु साहब दे। कहंदे जां तू रह ला जां मैनू रह लैण दे, दोवें नहीं बनदियां गल्लां। दोवें नहीं भी मैं भी चली जाए तू भी चली, जां जीवन च मैं रहेगी जां तू रहेगा। जब हम होते तब तू नहीं, जदों होमे है फिर रब नहीं, जदों रब है फिर होमे नहीं। सो गुरु साहब जी दे पावन सिद्धांत इस तरह नाल सानू सहजे ही समझ विच आउणगे। गरीब निवास सच्चे पातशाह जी रहमत करन। धन वाहिगुरु साहिब जी। कानड़ा महला पंजवां घर दसवां। एक ओंकार सत गुर प्रसाद। ऐसो दान देहो जी संतो। जात जियो बलिहार। मान मोही
पंच दोही उर्ज निकट बस्यो ताकि शरण साधुआ दूत संग निवार। ਇਹ ਦਾਨ ਗੁਰੂ ਸਾਹਿਬ ਜੀ ਕੋਲੋਂ ਮੰਗੀਏ। ਜਿਹੜਾ ਦਾਨ ਸਤਿਗੁਰੂ ਜੀ ਦਿੰਦੇ ਹਨ ਤੇ ਸਾਡੀ ਜ਼ਿੰਦਗੀ ਦੇ ਅੰਦਰੋਂ ਪੰਚਾਂ ਦੀ ਦੋਹੀ ਮੁੱਕਦੀ ਹੈ। ਪੰਜ ਵਿਸ਼ੇ ਵਿਕਾਰ ਸਾਡੀ ਜ਼ਿੰਦਗੀ ਦਾ ਖਹਿੜਾ ਛੱਡ ਜਾਂਦੇ ਹਨ। ਐਸੋ ਦਾਨ ਦੇਹੋ ਜੀ ਸੰਤੋ ਜਾਤ ਜਿਉ ਬਲਿਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਂ ਕੀ ਸ਼ਰਨ ਸਾਧੂਆ ਦੂਤ ਸੰਗ ਨਿਵਾਰ ਰਹਾਓ। ਕੋਟ ਜਨਮ ਜੋਨ ਭ੍ਰਮਿਓ ਹਾਰ ਭਰਿਓ ਦੁਆਰ। ਬਹੁਤ ਯਤਨ ਕੀਤੇ ਪਰ ਜਿਹੜਾ ਹੱਲ ਗੁਰੂ ਸਾਹਿਬ ਜੀ ਦੀ ਗੋਦ ਵਿੱਚੋਂ ਹੋਣਾ ਸੀ ਇਹ ਕਿਤਿਓਂ ਨਹੀਂ ਹੋਣਾ। ਇਹੀ ਇੱਕ ਥਾਂ ਹੈ। ਹਰ ਬਿਮਾਰੀ ਦਾ ਇਲਾਜ ਹੈ ਪਰ ਜਿਹੜੀ ਬਿਮਾਰੀ ਮਨੁੱਖ ਨੂੰ ਚੰਬੜੀ ਹੋਈ ਹੈ ਇਸ ਬਿਮਾਰੀ ਦਾ ਇੱਕੋ ਹੀ ਵੈਦ ਹੈ, ਉਹ ਹੈ ਮੇਰਾ ਵੈਦ ਗੁਰੂ ਗੋਬਿੰਦਾ। ਤੇ ਦਵਾਈ ਕਿਹੜੀ ਦਿੰਦਾ ਆ? ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮ ਕੀ ਫੰਦਾ। ਜਮਾਂ ਦੀ ਫਾਈ ਤੋਂ ਇੱਥੋਂ ਹੀ ਦਵਾਈ ਮਿਲਦੀ ਹੈ। ਕਿਰਪਾ ਗੋਬਿੰਦ ਪਹੀ ਮਿਲਿਓ ਨਾਮ ਆਧਾਰ ਦੁਲਭ ਜਨਮ ਸਫਲ ਨਾਨਕ ਭਵ ਉਤਾਰ ਪਾਰ। ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲੰਭ ਜਨਮ ਸਫਲ ਨਾਨਕ ਭਵ ਉਤਾਰ ਪਾਰ। ਦੁਲੰਭ ਜਨਮ ਸਫਲ ਨਾਨਕ ਭਵ ਉਤਾਰ ਪਾਰ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣ ਹਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਅੰਦਰ ਸੁਸ਼ੋਭਿਤ ਹੋ ਬੈਠੇ ਅਤੀ ਸਤਿਕਾਰਯੋਗ ਸਤ ਸੰਗਿਓ ਪਿਆਰ ਸਹਿਤ ਗੁਰੂ ਚਰਨਾਂ ਅੰਦਰ ਹਾਜ਼ਰ ਹੁੰਦੇ ਹਾਂ। ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਸਾਂ। ਆਓ ਚੰਦ ਘੜੀਆਂ ਚੱਲ ਰਹੀ ਸਤਿਗੁਰਾਂ ਦੀ ਮੁਬਾਰਕ ਲੜੀਵਾਰ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਵਿਚਾਰ ਅਧੀਨ ਸ਼ਬਦ ਜਿਸ ਦਾ ਪਾਠ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਹੈ। ਇਹ ਪਾਵਨ ਸ਼ਬਦ ਕਾਨੜਾ ਰਾਗ ਦੇ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 1307 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ ਇਹ ਆਪਾਂ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਪਿਆਰ ਸਹਿਤ ਤਨ ਮਨ ਕਰਕੇ ਹਾਜ਼ਰ ਹੋਈਏ। ਗੁਰੂ ਘਰ ਦੀ ਮਰਿਆਦਾ ਨਿਭਾਈਏ। ਕਲਗੀਧਰ ਦੀ ਬਖਸ਼ਿਸ਼ ਦੁਹਰਾਓ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਕਿਸੇ ਵੀ ਸ਼ਬਦ ਨੂੰ ਸਮਝਣ ਲਈ ਉਹਦਾ ਰਹਾਉ ਵਾਲਾ ਬੰਦ ਉਹਦਾ ਕੇਂਦਰੀ ਭਾਵ ਹੁੰਦਾ ਹੈ। ਸ਼ਬਦ ਦਾ ਸੈਂਟਰ ਆਈਡੀਆ ਹੁੰਦਾ ਹੈ। ਰਹਾਉ ਵਾਲੇ ਬੰਦ ਅੰਦਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਐਸਾ ਇੱਕ ਦਾਨ ਦਿਓ ਮੈਨੂੰ ਜਿਸ ਦਾਨ ਨਾਲ ਮੈਂ ਪੰਜਾਂ ਤੋਂ ਖਹਿੜਾ ਛੁਡਾ ਸਕਾਂ। ਚਿੱਤੇ ਰੱਖੋ ਗੁਰੂ ਸਾਹਿਬ ਜੀ ਕੋਲ ਆਣ ਕੇ ਮੰਗੀਏ ਜ਼ਰੂਰ ਮੰਗਣਾ ਚਾਹੀਦਾ ਹੈ
ਪਰ ਉਹ ਮੰਗ ਨਾ ਮੰਗੀ ਜਾਏ ਜਿਹੜੀ ਮੰਗ ਮੰਗਣ ਨਾਲ ਅਸੀਂ ਦੁਖੀ ਹੋਈਏ। ਇਹ ਚੇਤਾ ਰੱਖੋ, ਇੱਕ ਮੰਗ ਦੁਖੀ ਕਰੂਗੀ ਸਾਨੂੰ, ਇੱਕ ਮੰਗ ਸਾਨੂੰ ਸੁਖੀ ਕਰੇਗੀ। ਜਦੋਂ ਬਾਬੇ ਨਾਨਕ ਦੇ ਦਰ ਤੇ ਆਉਨੇ ਆ, ਜੇ ਨਿਰੰਕਾਰੀ ਦੇ ਦਰ ਤੇ ਵੀ ਸੰਸਾਰੀ ਚੀਜ਼ਾਂ ਮੰਗੀਆਂ ਤੇ ਗੁਰੂ ਸਾਹਿਬ ਕਹਿੰਦੇ ਫਿਰ ਦੁੱਖ ਸਹੇੜੇਗਾ ਆਪਣੀ ਜ਼ਿੰਦਗੀ 'ਚ। ਜਿਹੋ ਜੇ ਦਰਬਾਰ ਵਿੱਚ ਜਾਈਏ, ਜਿਹੋ ਜੇ ਕੋਲ ਜਾਈਏ, ਉੱਦਾਂ ਦੀ ਡਿਮਾਂਡ ਲੈ ਕੇ ਜਾਣੀ ਚਾਹੀਦੀ ਹੈ। ਵੱਡੇ ਕੋਲ ਨਿੱਕੀ ਡਿਮਾਂਡ ਲੈ ਕੇ ਜਾਓਗੇ ਤੇ ਮਜ਼ਾਕ ਬਣੇਗਾ। ਮੰਨ ਲਓ ਕਿਸੇ ਬੰਦੇ ਦੀ ਪਹੁੰਚ ਹੋਵੇ ਪ੍ਰਾਈਮ ਮਿਨਿਸਟਰ ਤੱਕ, ਵੱਡੇ ਬੰਦੇ ਤੱਕ ਪਹੁੰਚ ਹੋਵੇ ਉਹਦੀ, ਤੇ ਉਹਦੀ ਡਿਮਾਂਡ ਬੜੀ ਨਿੱਕੀ ਜੀ ਹੋਵੇ, ਬੜੀ ਮੁਸ਼ਕਲ ਨਾਲ ਉਹ ਪ੍ਰਾਈਮ ਮਿਨਿਸਟਰ ਨੂੰ ਮਿਲੇ, ਤੇ ਡਿਮਾਂਡ ਉਹ ਬੜੀ ਛੋਟੀ ਜੀ ਰੱਖਦੇ, ਤਾਂ ਪ੍ਰਾਈਮ ਮਿਨਿਸਟਰ ਤੇ ਉਹਦਾ ਆਲਾ ਦੁਆਲਾ ਉਹਦੇ ਤੇ ਹੱਸੇਗਾ ਵੀ ਯਾਰ ਪਹੁੰਚ ਤਾਂ ਤੂੰ ਇੱਥੋਂ ਤੱਕ ਬਣਾ ਲਈ ਤੇ ਡਿਮਾਂਡ ਫਿਰ ਕਿੰਨੀ ਛੋਟੀ ਰੱਖ ਲਈ ਹੈ। ਮੰਨ ਲਓ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਕੋਈ ਬੰਦਾ ਕਵੇ ਵੀ ਮੇਰੇ ਦਰਵਾਜ਼ੇ ਦੇ ਕਬਜ਼ੇ ਠੀਕ ਨਹੀਂ, ਮੇਰਾ ਦਰਵਾਜ਼ਾ ਠੀਕ ਨਹੀਂ, ਹੱਸੇਗਾ ਨਹੀਂ ਸਾਡੇ ਤੇ ਵੀ ਯਾਰ ਮੇਰੇ ਨਾਲ ਪਹੁੰਚ ਬਣਾ ਕੇ ਇਹ ਕੰਮ ਕਰ। ਇਹ ਤਾਂ ਤੇ ਨੋਰਮਲ ਗੱਲ ਹੈ ਤੇਰੀ, ਜਿੱਥੇ ਮਰਜ਼ੀ ਕਰਵਾ ਸਕਦਾ ਸੀ ਤੂੰ। ਸੋ ਜਿੰਨੇ ਵੱਡੇ ਨਾਲ ਮਿਲੀਏ ਉਨੀ ਵੱਡੀ ਡਿਮਾਂਡ ਲੈ ਕੇ ਜਾਈਦੀ ਹੈ, ਇਹ ਚੇਤਾ ਰੱਖੋ ਹਮੇਸ਼ਾ ਹੀ। ਤੇ ਇਸ ਦਰ ਤੇ ਜਦੋਂ ਅਸੀਂ ਆਉਂਦੇ ਹਾਂ, ਇਸ ਦਰ ਬਾਰੇ ਤਾਂ ਅਸੀਂ ਪੜ੍ਹਦੇ ਹੀ ਇੱਦਾਂ, ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਤੂੰ ਵੱਡਿਆਂ ਚੋਂ ਵੱਡਾ ਆ। ਜਾਂ ਗੁਰੂ ਸਾਹਿਬ ਜੀ ਦੇ ਪਾਵਨ ਬੋਲ ਤੁਹਾਨੂੰ ਯਾਦ ਨੇ, ਹਮੇਸ਼ਾ ਪੜ੍ਹਦੇ ਰਹਿੰਦੇ ਹੋ ਤੁਸੀਂ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਉਹ ਬਹੁਤ ਵੱਡਾ ਆ, ਤੋ ਇੰਨੀ ਵੱਡੀ ਡਿਮਾਂਡ ਲੈ ਕੇ ਆਉਣਾ ਪਏਗਾ ਇਹਦੇ ਕੋਲ। ਜੇ ਵੱਡੇ ਕੋਲ ਆਣ ਕੇ ਡਿਮਾਂਡਾਂ ਨਿੱਕੀਆਂ ਹੋ ਜਾਣ ਤੇ ਸਾਡੇ ਸਮਾਜ ਦੀ ਮੁਸ਼ਕਲ ਇਹ ਹੈ, ਆਉਨੇ ਆ ਅਸੀਂ ਸਭ ਤੋਂ ਵੱਡੇ ਕੋਲ ਤੇ ਡਿਮਾਂਡਾਂ ਨੇ ਸਭ ਤੋਂ ਛੋਟੀਆਂ ਛੋਟੀਆਂ। ਕੋਈ ਮੰਗਦਾ ਆ ਸੱਚੇ ਪਾਤਸ਼ਾਹ ਜੀ ਦੁੱਧ ਦੇ ਦਿਓ, ਪੁੱਤ ਦੇ ਦਿਓ, ਕੋਈ ਕਹਿੰਦਾ ਆ ਸਾਨੂੰ ਘਰ ਦੇ ਦਿਓ, ਕੋਈ ਕਹਿੰਦਾ ਕੋਠੀ ਦੇ ਦਿਓ, ਕੋਈ ਕਹਿੰਦਾ ਪੈਸੇ ਦੇ ਦਿਓ। ਗੁਰੂ ਸਾਹਿਬ ਨੇ ਕਹਿਣਾ ਇਹ ਤਾਂ ਕਿੱਡਾ ਕੁ ਵੱਡਾ ਕੰਮ ਹੈ ਭਾਈ, ਇਹ ਤਾਂ ਪੈਦਾ ਹੀ ਕਰ ਸਕਦਾ ਆ ਤੂੰ। ਕਿੰਨੇ ਬੰਦੇ ਦੁਨੀਆ ਦੇ ਵਿੱਚ ਨੇ ਜਿਨ੍ਹਾਂ ਕੋਲ ਇਹ ਪਤਾ ਹੀ ਨਹੀਂ ਪੈਸਾ ਕਿੰਨਾ ਆ, ਉਹਨਾਂ ਨੂੰ ਪੈਸੇ ਦਾ ਹਿਸਾਬ ਹੀ ਨਹੀਂ ਆਉਂਦਾ ਕਿ ਉਹ ਪੈਸੇ ਨਾਲ ਸੌਖੇ ਹੋ ਗਏ ਨੇ। ਅਸੀਂ ਮੰਨ ਸਕਦੇ ਹਾਂ ਇਹ ਗੱਲ। ਸਗੋਂ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਸਮਝਾਉਣਾ ਵੀ ਭਾਈ ਪੈਸੇ ਨਾਲ ਕੋਈ ਬੰਦਾ ਸੌਖਾ ਨਹੀਂ ਹੁੰਦਾ, ਸਹੂਲਤਾਂ ਨਾਲ ਬੰਦੇ। ਪੈਸੇ ਨਾਲ ਸਹੂਲਤਾਂ ਤੇ ਲਈਆਂ ਜਾ ਸਕਦੀਆਂ ਪਰ ਸੁੱਖ ਨਹੀਂ ਲਏ ਜਾ ਸਕਦੇ। ਗੁਰੂ ਕੋਲ ਆਉਨੇ ਆ ਸੁੱਖ ਲੈਣ, ਗੁਰੂ ਸਾਹਿਬ ਕੋਲ ਇੱਛਾ ਜ਼ਾਹਰ ਕਰੀਏ ਵੀ ਮਾਲਕ ਜੀ ਬਸ ਸੁੱਖ ਦੇਈ ਸਾਨੂੰ। ਤੇ ਗੁਰੂ ਸਾਹਿਬ ਜੀ ਕੋਲ ਇੰਨੇ ਭੰਡਾਰੇ ਨੇ ਸੁੱਖ ਦੇ। ਮੇਰੇ ਦਾਤਾਰ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਅੰਦਰ ਸੱਚੀ ਮੁੱਚੀ ਸੁੱਖ ਪੈਦਾ ਕਰ ਦੇਣਗੇ। ਤੇ ਦੁਨੀਆ 'ਚ ਕੋਈ ਐਸੀ ਤਾਕਤ ਪੈਦਾ ਨਹੀਂ ਹੋਈ ਜਿਹੜੀ ਕਦੀ ਸਾਨੂੰ ਦੁਖੀ ਕਰੇ। ਚਿੱਤੇ ਕਰੋ ਇਤਿਹਾਸ, ਮਾਤਾ ਗੁਜਰ ਕੌਰ ਨੂੰ ਦੁਖੀ ਕਰਨਾ ਚਾਹੁੰਦੇ ਨੇ ਨਾ ਵਜ਼ੀਰ ਖਾਂ, ਦੁਖੀ ਕਰਨਾ ਚਾਹੁੰਦੇ ਨੇ ਨਾ, ਤਾਂ ਹੀ ਕਹਿੰਦੇ ਨੇ ਸਾਹਿਬਜ਼ਾਦੇ ਨੀਹਾਂ 'ਚ ਚਿਣ ਦਾਂਗੇ, ਤੁਸੀਂ ਠੰਡੇ ਬੁਰਜ 'ਚ ਬੈਠੋ। ਯਾਨੀ ਕਿ ਮਾਹੌਲ ਇੱਦਾਂ ਦਾ ਹੋਵੇ, ਵਕਤ ਇੱਦਾਂ ਦਾ ਆ ਵੀ ਠੱਕਾ ਵਗਦਾ ਆ। ਦਸੰਬਰ ਦੇ ਮਹੀਨੇ ਵਿੱਚ ਠੱਕਾ ਵਗਦਾ ਆ ਤੇ ਮਾਤਾ ਗੁਜਰ ਕੌਰ ਜੀ ਨੂੰ ਕਿੱਥੇ ਬਿਠਾਇਆ ਗਿਆ ਜ਼ਾਲਮਾਂ ਵੱਲੋਂ? ਠੰਡੇ ਬੁਰਜ ਵਿੱਚ। ਤੇ ਠੰਡਾ ਬੁਰਜ ਬਾਦਸ਼ਾਹ ਨੇ ਬਣਾਇਆ ਪਤਾ ਕਾਹਦੇ ਲਈ ਸੀ? ਠੰਡਾ ਬੁਰਜ ਬਣਾਇਆ ਸੀ ਮਈ ਜੂਨ ਦੇ ਚਮਾਸੇ ਕੱਟਣ ਵਾਸਤੇ। ਉਹਦੇ ਨਾਲ ਦੀ ਨਦੀ ਵਗਦੀ ਹੈ, ਹਰਿਆਵਲ ਹੈ ਆਲੇ ਦੁਆਲੇ। ਬਾਦਸ਼ਾਹ ਵਿਹਲੇ ਟਾਈਮਾਂ ਦੇ ਵਿੱਚ ਜਦੋਂ ਭਰ ਗਰਮੀ ਹੁੰਦੀ ਤੇ ਉਸ ਚੁਬਾਰੇ ਵਿੱਚ, ਭਾਵ ਕਿ ਉਸ ਬੁਰਜ ਵਿੱਚ ਬਹਿ ਜਾਂਦਾ, ਪਾਣੀ ਨੂੰ ਛੂਹ ਕੇ ਦਰਖਤਾਂ ਵਿੱਚ ਦੀ ਠੰਡੀ ਹਵਾ ਵਗਦੀ ਤੇ ਉਹਦੇ ਨਜ਼ਾਰੇ, ਉਹਦੇ ਲੁਤਫ ਲੈਂਦਾ ਬਾਦਸ਼ਾਹ। ਉਹਨੇ ਇਸ ਕਰਕੇ ਠੰਡਾ ਬੁਰਜ ਬਣਾਇਆ ਸੀ। ਸਿਆਲ 'ਚ ਠੰਡੇ ਬੁਰਜ 'ਚ ਕੋਈ ਬਹਿੰਦਾ ਨਹੀਂ ਸੀ। ਅੱਜ ਤਾਂ ਖੈਰ ਸਾਨੂੰ ਠੰਡਾ ਬੁਰਜ 'ਚ ਸਾਡੇ ਬੱਚਿਆਂ, ਮੈਂ ਤੁਹਾਡੇ ਨਾਲ ਗੱਲ ਕਰਾਂ, ਜੇ ਤੁਹਾਡੇ ਬੱਚਿਆਂ ਨੇ ਪੁੱਛ ਲਿਆ ਵੀ ਉਹ ਠੰਡਾ ਬੁਰਜ ਕਿੱਥੇ ਹੈ, ਤਾਂ ਤੁਸੀਂ ਵਿਖਾ ਹੀ ਨਹੀਂ ਸਕਣਾ ਵੀ ਉਹ ਠੰਡਾ ਬੁਰਜ ਕਿੱਥੇ ਹੈ। ਸਵਾਲ ਕਰ ਲੈਣ ਸਾਡੇ ਬੱਚੇ ਵੀ ਸੁਣਦੇ ਬੜੇ ਆ ਠੰਡੇ ਬੁਰਜ ਬਾਰੇ, ਸਾਰਾ ਕੁਝ ਬਦਲਤਾ। ਨਾ ਅਸੀਂ ਉਹ ਨੀਹਾਂ ਰਹਿਣ ਦਿੱਤੀਆਂ, ਨਾ ਅਸੀਂ ਉਹ ਸਰਹੰਦ ਰਹਿਣ ਦਿੱਤੀ, ਨਾ ਉਹ ਅਸੀਂ ਚਮਕੌਰ ਦੀ ਗੜੀ ਰਹਿਣ ਦਿੱਤੀ, ਨਾ ਉਹ ਆਨੰਦਪੁਰ ਦਾ ਕਿਲ੍ਹਾ ਰਹਿਣ ਦਿੱਤਾ ਜਿੱਥੋਂ ਮੇਰੇ ਦਾਤਾਰ ਪਾਤਸ਼ਾਹ ਜੀ 20 ਦਸੰਬਰ 1704 ਵਿੱਚ ਜਿਹੜਾ ਗੁਰੂ ਸਾਹਿਬ ਜੀ ਨੇ ਕਿਲ੍ਹਾ ਛੱਡਿਆ ਸੀ। ਖੈਰ ਅਸੀਂ ਸਾਰੀਆਂ ਚੀਜ਼ਾਂ ਨੂੰ ਰਫਾ ਦਫਾ ਕਰਦੇ ਰਹਿੰਦੇ ਹਾਂ। ਮੈਂ ਗੱਲ ਜਿਹੜੀ ਕਰਨੀ ਚਾਹੁੰਦਾ ਸੀ, ਮਾਤਾ ਗੁਜਰ ਕੌਰ ਜੀ ਨੂੰ ਬਾਦਸ਼ਾਹ ਦੁਖੀ ਕਰਨਾ ਚਾਹੁੰਦਾ ਆ। ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦੀਆਂ ਗੱਲਾਂ ਕਰਦੇ ਆ, ਮਾਤਾ ਜੀ ਨੂੰ ਠੰਡੇ ਬੁਰਜ 'ਚ ਬਿਠਾਇਆ ਆ, ਕੱਪੜਾ ਤਨ ਤੇ ਲੈਣ ਲਈ ਇੱਕ ਵੀ ਨਹੀਂ ਦਿੱਤਾ,
ਠੰਡੇ ਬੁਰਜ ਵਿੱਚ ਬੈਠੀ ਹੋਈ ਮਾਤਾ ਗੁਜਰ ਕੌਰ ਆਪਣੇ ਪੋਤਰਿਆਂ ਨੂੰ ਸੁੱਖ ਦੇ ਰਹੀ ਹੈ ਕਿ ਦੁੱਖ ਦੇ ਰਹੀ ਹੈ? ਬੋਲਿਓ ਭਲਾ, ਸੋਚਿਓ ਦਿਮਾਗ 'ਚ। ਸੁੱਖ ਦੇ ਰਹੀ ਹੈ। ਸ਼ਾਇਦ ਇਹ ਸੁੱਖ ਅੱਜ ਦੀਆਂ ਦਾਦੀਆਂ ਆਪਣੇ ਪੋਤਰਿਆਂ ਨੂੰ ਵਧੀਆ ਘਰ ਵਿੱਚ ਬਹਿ ਕੇ ਵੀ ਨਹੀਂ ਦੇ ਸਕੀਆਂ ਹੋਣੀਆਂ। ਅੱਜ ਦੀ ਦਾਦੀ ਕੋਲੋਂ ਸੋਹਣੇ ਘਰ ਵਿੱਚ, ਜਿਸ ਘਰ ਵਿੱਚ ਪੈਰ ਦਾ ਵੀ ਦਾਗ ਪੈ ਜਾਂਦਾ ਆ, ਜਿਹੜਾ ਸੁੱਖ ਠੰਡੇ ਬੁਰਜ ਵਿੱਚ ਸਾਡੀ ਦਾਦੀ ਦੇਗੀ ਨਾ ਪੋਤਰਿਆਂ ਨੂੰ, ਇਹ ਸੁੱਖ ਨਹੀਂ ਸਾਡੇ ਤੋਂ ਦੇ ਹੋਏ। ਜਿੱਦਣ ਇਹ ਸੁੱਖ ਦੇਣੇ ਆ ਗਏ ਸਾਨੂੰ, ਉਦਣ ਦੁਨੀਆ ਤੁਹਾਡੇ ਕਦਮ ਚੁੰਮੇਗੀ। ਉਦਣ ਪੁੱਛਣਗੇ ਲੋਕ ਤੁਹਾਨੂੰ ਆਣ ਕੇ ਵੀ ਕਿਵੇਂ ਹੋਇਆ ਇਹ ਸਾਰਾ ਕੁਝ, ਤੁਸੀਂ ਇੰਨੇ ਸੌਖੇ ਕਿਵੇਂ ਰਹਿ ਲੈਂਦੇ ਆ, ਤੁਸੀਂ ਕਦੀ ਡਿਪਰੈਸ਼ਨ 'ਚ ਕਿਉਂ ਨਹੀਂ ਜਾਂਦੇ, ਤੁਹਾਨੂੰ ਕਦੀ ਟੈਨਸ਼ਨ ਕਿਉਂ ਨਹੀਂ ਹੁੰਦੀ, ਤੁਹਾਡੀਆਂ ਅੱਖਾਂ ਤੇ ਕਦੀ ਵੀ ਅਸੀਂ ਮੁਰਝਾਪਨ ਨਹੀਂ ਵੇਖਿਆ, ਤੁਸੀਂ ਕਦੀ ਪਰੇਸ਼ਾਨ ਨਹੀਂ ਹੁੰਦੇ। ਫਿਰ ਉਹਨਾਂ ਨੂੰ ਦੱਸ ਦਿਓ, ਸਾਡੇ ਵੱਡ ਵਡੇਰਿਆਂ ਨੇ ਸਾਨੂੰ ਸੁੱਖ ਦੇਣ ਲਈ ਤਕਲੀਫਾਂ ਬਹੁਤ ਝੱਲੀਆਂ ਨੇ, ਪਰ ਰਹਿ ਸੌਖੇ ਨੇ। ਔਰ ਵੱਡਿਆਂ ਦਾ ਫਰਜ਼ ਇਹ ਹੁੰਦਾ, ਉਹ ਆਪਣੀ ਔਲਾਦ ਲਈ ਸੁੱਖ ਪੈਦਾ ਕਰਕੇ ਜਾਂਦੇ ਆ। ਸਾਡੇ ਗੁਰੂ ਸਾਹਿਬਾਨ, ਸਾਡੇ ਵੱਡ ਵਡੇਰੇ, ਕਿਹੜਾ ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਜਦੋਂ ਮੈਂ ਪੜ੍ਹਦਾ ਇਤਿਹਾਸ ਦੇ ਪੰਨੇ, ਜਦੋਂ ਭਾਈ ਮੋਤੀ ਰਾਮ ਜੀ ਆਣ ਕੇ ਮਾਤਾ ਗੁਜਰ ਕੌਰ ਜੀ ਨੂੰ ਉੱਥੇ ਮਿਲਦੇ ਆ, ਫੀਲਿੰਗ ਨਾਲ ਕਦੇ ਉਹਦੇ ਨਾਲ ਜੁੜੋ। ਅਸੀਂ ਤਾਂ ਇੱਕ ਚੈਪਟਰ ਹੀ ਹੈ ਨਾ ਸਾਡੇ ਹਿਸਾਬ ਨਾਲ, ਤੇ ਇੱਕ ਕਹਾਣੀ ਹੈ ਬਸ, ਅਸੀਂ ਤਾਂ ਇੱਕ ਕਹਾਣੀ ਵਾਂਗੂ ਵੇਖਦੇ ਹਾਂ। ਪਰ ਕਦੀ ਫੀਲਿੰਗ ਨਾਲ, ਕਦੀ ਅਹਿਸਾਸ ਨਾਲ, ਕਦੀ ਆਪਣੇ ਆਪ ਨੂੰ ਉੱਥੇ ਪਹੁੰਚਾ ਕੇ ਵੇਖੋ, ਕਿਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਹੋਣਾ, ਕਿਵੇਂ ਦਾਦੀ ਨੇ ਝੱਲਿਆ ਹੋਣਾ। ਤੇ ਸਾਡੇ ਇਤਿਹਾਸਕਾਰ ਬੁਜ਼ਦਿਲ ਨੇ, ਉਹਨਾਂ ਦੇ ਹੌਸਲੇ ਨਹੀਂ। ਉਹਨਾਂ ਇੱਦਾਂ ਲਿਖਤਾ, ਜਦੋਂ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਫਿਰ ਮਾਤਾ ਜੀ ਨੇ ਪ੍ਰਾਣ ਚਲਾ ਲਏ। ਨਹੀਂ ਭਾਈ, ਮਾਤਾ ਗੁਜਰ ਕੌਰ ਜੀ ਦੀ ਗੱਲ ਹੋ ਰਹੀ ਹੈ। ਸਾਡੀ ਬੇਬੇ ਏਡੀ ਕਮਜ਼ੋਰ ਨਹੀਂ ਵੀ ਪੋਤਰਿਆਂ ਦੀ ਸ਼ਹਾਦਤ ਵੇਖ ਕੇ ਪ੍ਰਾਣ ਚੜਾ ਲਏ ਹੋਣਗੇ। ਪੋਤਰਿਆਂ ਦੀ ਸ਼ਹਾਦਤ ਵੇਖਣ ਦੀ ਹਿੰਮਤ ਹੈ ਸਾਡੀ ਦਾਦੀ ਵਿੱਚ। ਅੱਖਾਂ ਨਾਲ ਵੇਖਿਆ ਆ ਉਹ ਸਾਰਾ ਸੀਨ, ਮਾਤਾ ਨੇ ਵੇਖਿਆ ਆ, ਝੱਲਿਆ ਆ। ਕਿਉਂਕਿ ਜੇ ਇਹ ਤਿਆਰੀ ਮਾਤਾ ਜੀ ਕਰਾ ਰਹੇ ਆ, ਪ੍ਰੈਕਟਿਸ ਹੀ ਮਾਤਾ ਗੁਜਰ ਕੌਰ ਜੀ ਕਰਾ ਰਹੇ ਆ। ਕਿੰਨੀ ਠੰਡ ਹੈ, ਕਿੱਦਾਂ ਦਾ ਮੌਸਮ ਹੈ, ਪਰ ਗਲਵੱਕੜੀ 'ਚ ਲੈ ਕੇ ਜਿਹੜਾ ਨਿੱਘ ਮਾਤਾ ਗੁਜਰ ਕੌਰ ਜੀ ਦੇ ਗਏ ਨਾ ਪੋਤਰਿਆਂ ਨੂੰ, ਅੱਜ ਅਸੀਂ ਆਪਣੀ ਔਲਾਦ ਨੂੰ ਉਹ ਨਿੱਘ ਨਹੀਂ ਦੇ ਸਕੇ। ਫੈਸਿਲਿਟੀਆਂ ਦਿੱਤੀਆਂ ਹੋਣਗੀਆਂ, ਮੈਂ ਨਹੀਂ ਕਹਿੰਦਾ ਫੈਸਿਲਿਟੀਆਂ ਨਹੀਂ, ਫੈਸਿਲਿਟੀਆਂ ਦਿੱਤੀਆਂ ਹੋਣਗੀਆਂ ਅਸੀਂ, ਪਰ ਨਿੱਘ ਚਾਹੀਦਾ ਸੀ। ਉਹ ਬਿਨਾਂ ਫੈਸਿਲਿਟੀ ਤੋਂ ਵੀ ਤੁਹਾਡੇ ਬੱਚੇ ਸੁਖੀ ਵਸ ਸਕਦੇ ਆ, ਜੇ ਅਸੀਂ ਬੱਚਿਆਂ ਨੂੰ ਜਿਉਣ ਦਾ ਤਰੀਕਾ ਸਮਝਾ ਦਈਏ। ਗੱਲ ਜ਼ਿੰਦਗੀ ਜਿਉਣ ਦੀ ਹੈ। ਕਿੰਨੀ ਵਾਰ ਆਪਾਂ ਗੱਲ ਕਰਦੇ ਹੁੰਨੇ ਆ, ਜਿਹਨੇ ਸੁੱਖ ਵੇਖਣਾ ਨਾ ਉਹਨੇ ਮਾਛੀਵਾੜੇ ਟਿੰਡ ਦਾ ਸਰਾਣਾ ਲਾ ਕੇ ਵੀ ਸੌਂ ਜਾਣਾ। ਜਿਹਨੂੰ ਸੁੱਖ ਵੇਖਣਾ ਨਾ ਆਇਆ ਉਹਨੂੰ 10-10 ਕਮਰਿਆਂ ਦੇ ਵਿੱਚ ਬੰਦ ਕਰ ਲਿਓ, ਨੀਂਦ ਫਿਰ ਵੀ ਨਹੀਂ ਆਉਣੀ। ਜਿੰਨਾ ਮਰਜ਼ੀ ਬੈੱਡ ਕੋਮਲ ਬਣਾ ਲਿਓ ਉਹਦਾ, ਜਿੰਨੇ ਮਰਜ਼ੀ ਸੌਫਟ ਬੈੱਡ ਤੇ ਪਾ ਦਿਓ ਉਹਨੂੰ ਵੀ ਇਹ ਬਹੁਤ ਸੌਫਟ ਹੈ, ਇੱਥੇ ਬੜੀ ਛੇਤੀ ਨੀਂਦ ਆਏਗੀ। ਨਾ ਭਾਈ, ਨੀਂਦ ਦਾ ਸੰਬੰਧ ਹੈ ਜਿਹਨੇ ਸੌਣਾ ਆ, ਜਿਹਨੂੰ ਸੌਣ ਦਾ ਵੱਲ ਆ ਗਿਆ, ਜਿਹਨੂੰ ਜ਼ਿੰਦਗੀ ਜਿਉਣ ਦਾ ਵੱਲ ਆ ਗਿਆ, ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਦਸੰਬਰ ਦੀ ਪੈਂਦੀ ਠੰਡ ਵਿੱਚ ਟਿੰਡ ਦਾ ਸਰਾਣਾ ਲਾ ਕੇ ਬਿਨਾਂ ਕਿਸੇ ਕੱਪੜੇ ਲੈਣ ਤੋਂ ਵੀ ਸੌਂ ਸਕਦਾ ਹੈ। ਕੋਈ ਹੀਟਰ ਨਹੀਂ ਸੀ ਲੱਗਾ ਮਾਛੀਵਾੜੇ, ਕੋਈ ਕੰਬਲ ਰਜਾਈ ਨਹੀਂ ਸੀ ਕਲਗੀਆਂ ਵਾਲੇ ਕੋਲ, ਪਰ ਸੁੱਖ ਦੀ ਨੀਂਦ ਸੁੱਤੇ ਸਨ ਸਾਡੇ ਬਾਪੂ ਜੀ। ਇਹ ਦਾਨ ਕਿੱਥੋਂ ਮਿਲਦਾ ਆ? ਗੁਰੂ ਸਾਹਿਬ ਜੀ ਕੋਲੋਂ ਮਿਲਦਾ ਆ। ਇਹ ਦਾਨ ਗੁਰੂ ਸਾਹਿਬ ਜੀ ਕੋਲ ਭਰਿਆ ਪਿਆ ਹੈ। ਮੰਗ ਕਿਤੇ, ਮੰਗ ਨਾ ਮੰਗਨ ਨੀਕਾ। ਬੋਲੋ ਅੱਗੇ ਕੀ ਮੰਗਣਾ ਆ? ਹਰ ਜਸ ਗੁਰ ਤੇ ਮੰਗਣਾ, ਮੰਗ ਨਾ ਮੰਗਨ ਨੀਕਾ। ਹਰ ਜਸ ਗੁਰ ਤੇ ਮੰਗਣਾ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਜਿਹੜਾ ਪ੍ਰਭੂ ਦੀ ਸੇਵਾ ਵਿੱਚ ਸੁੱਖ ਹੈ, ਉਹ ਰਾਜ ਵਿੱਚ ਥੋੜੀ ਸੁੱਖ ਹੈ। ਰਾਜਿਆਂ ਵਿੱਚ ਕਿੱਥੇ ਸੁੱਖ ਹੈ ਉਹ? ਸੋ ਕਿਤੇ ਅੱਜ ਦੀ ਪੀੜ੍ਹੀ ਨੂੰ, ਕਿਤੇ ਮੇਰੀ ਕੌਮ ਇਸ ਤਰ੍ਹਾਂ ਨਾਲ ਇਹਨਾਂ ਗੱਲਾਂ ਨੂੰ ਸਮਝਦੀ। ਸਤਿਗੁਰੂ ਜੀ ਕਹਿੰਦੇ, ਐਸੋ ਦਾਨ ਦੇਹੋ ਜੀ ਸੰਤੋ। ਇਹ ਦਾਨ ਪ੍ਰਮਾਤਮਾ ਜੀ ਸਾਨੂੰ ਦਿਓ ਜਿਹਦੇ ਨਾਲ
ਜਾਤ ਜੀਓ ਬਲਿਹਾਰ। ਮੇਰੀ ਜ਼ਿੰਦਗੀ ਦੇ ਅੰਦਰੋਂ ਬੁਰਾਈਆਂ ਮੁੱਕ ਜਾਣ, ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਮੈਂ ਵਾਰੇ ਬਲਿਹਾਰੇ ਜਾਵਾਂ ਆਪਣੇ ਗੁਰੂ ਤੋਂ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ, ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਅੰਦਰੋਂ ਐਸੋ ਗੁਣ ਮੇਰੇ ਪ੍ਰਭ ਜੀ ਕੀਨ। ਮੇਰੇ ਗੁਰੂ ਨੇ ਮੇਰੇ ਤੇ ਇੱਕ ਗੁਣ ਕੀਤਾ, ਪਰਉਪਕਾਰ ਕੀਤਾ। ਮਹਾਰਾਜ ਕਿਹੜਾ ਗੁਣ ਕੀਤਾ ਸਾਡੇ ਤੇ? ਗੱਲ ਸਾਡੀ ਚੱਲਦੀ ਹੈ, ਐਸੋ ਗੁਣ ਮੇਰੇ ਪ੍ਰਭ ਜੀ ਕੀਨ। ਕਿਹੜਾ ਗੁਣ ਕੀਤਾ? ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਮੇਰੇ ਗੁਰੂ ਨੇ ਪੰਚ ਦੋਖ ਤੇ ਅਹੰਗ ਰੋਗ, ਵੱਡਾ ਰੋਗ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਜੋ ਦਿਸਦਾ ਆ ਸੰਸਾਰ ਵਿੱਚ, ਇਸ ਰੋਗ ਦੇ ਵਿੱਚ ਸਾਰਾ ਸੰਸਾਰ ਹੀ ਗਰਸਿਆ ਪਿਆ ਆ। ਕਿਸੇ ਨੂੰ ਕਾਮ ਦਾ ਰੋਗ ਹੈ, ਕਿਸੇ ਨੂੰ ਕ੍ਰੋਧ ਦਾ ਰੋਗ ਹੈ, ਕਿਸੇ ਨੂੰ ਲੋਭ ਦਾ ਰੋਗ ਹੈ, ਕਿਸੇ ਨੂੰ ਤ੍ਰਿਸ਼ਨਾ ਦਾ ਰੋਗ ਹੈ। ਸਾਰੇ ਨੇ, ਥੋੜੇ ਥੋੜੇ, ਜ਼ਿਆਦੇ ਨਹੀਂ ਤਾਂ ਥੋੜੇ ਨੇ। ਤੇ ਰੋਗ ਰੋਗ ਹੀ ਹੁੰਦਾ ਆ, ਉਹ ਥੋੜਾ ਹੋਵੇ ਜਾਂ ਜ਼ਿਆਦਾ ਹੋਵੇ। ਤਾਂ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਚੈੱਕ ਕਰੀਦਾ ਵੀ ਮੇਰੇ ਅੰਦਰ ਕ੍ਰੋਧ ਦਾ ਰੋਗ ਤਾਂ ਨਹੀਂ ਹੈਗਾ। ਹਰ ਵੀਰ ਭੈਣ ਆਪਣੇ ਆਪ 'ਚ ਇਦਾਂ ਸੋਚੇ ਵੀ ਮੈਨੂੰ ਗੁੱਸਾ ਤਾਂ ਨਹੀਂ ਆਉਂਦਾ, ਕ੍ਰੋਧੀ ਤੇ ਨਹੀਂ ਹੁੰਦਾ, ਮੈਂ ਨਫ਼ਰਤ ਤਾਂ ਨਹੀਂ ਕਰਦਾ ਕਿਸੇ ਨਾਲ, ਕਿਸੇ ਵੱਲ ਵੇਖ ਕੇ ਮੈਨੂੰ ਖੁਸ਼ ਹੋਣ ਦੀ ਬਜਾਏ ਮੈਨੂੰ ਪਰੇਸ਼ਾਨੀ ਜੇ ਤੇ ਨਹੀਂ ਹੁੰਦੀ। ਜੇ ਕਿਸੇ ਚੀਜ਼ ਨੂੰ ਵੇਖ ਕੇ ਤੁਹਾਨੂੰ ਖੁਸ਼ ਹੋਣ ਦੀ ਜਗ੍ਹਾ ਤੇ ਪਰੇਸ਼ਾਨੀ ਹੁੰਦੀ ਹੈ, ਫਿਰ ਆਪਣਾ ਇਲਾਜ ਕਰਾਉਣਾ ਚਾਹੀਦਾ ਗੁਰੂ ਕੋਲ ਬਹਿ ਕੇ। ਤਬੀਅਤ ਠੀਕ ਨਹੀਂ ਸਾਡੀ, ਜੇ ਦੂਜੇ ਦੇ ਸੁੱਖ ਦੁਖੀ ਕਰਨਾ ਸਾਨੂੰ, ਤੇ ਇਹਦਾ ਅਰਥ ਹੈ ਵੀ ਸਾਡਾ ਇਲਾਜ ਹੋਣ ਵਾਲਾ ਆ। ਸਾਡੀ ਤਬੀਅਤ ਠੀਕ ਨਹੀਂ ਹੈ, ਸਾਨੂੰ ਬੁਖਾਰ ਚੜਿਆ ਆ। ਕਾਹਦਾ ਬੁਖਾਰ ਹੈ? ਜੈਲਸ ਦਾ। ਝੱਲਿਆ ਨਹੀਂ ਜਾਂਦਾ, ਦੂਜਾ ਖੁਸ਼ ਮੇਰੇ ਤੋਂ ਵੇਖਿਆ ਨਹੀਂ ਜਾਂਦਾ। ਬਿਮਾਰ ਹੋਣ ਦੇ ਲੱਛਣ ਹੀ ਕੀ ਨੇ? ਜਦੋਂ ਬੰਦੇ ਦਾ ਮੂੰਹ ਦਾ ਟੇਸਟ ਬਦਲ ਜਾਏ ਨਾ, ਇਹ ਰੋਟੀ ਖਾਵੇ ਨੂੰ ਕੌੜੀ ਜੀ ਲੱਗੇ, ਤਾਂ ਇਹਦਾ ਮਤਲਬ ਇਹ ਹੁੰਦਾ ਆ ਵੀ ਬੁਖਾਰ ਚੜਿਆ ਆ, ਇਹਦਾ ਟੇਸਟ ਨਹੀਂ ਬਣ ਪਾ ਰਿਹਾ, ਰੋਟੀ ਸਵਾਦ ਨਹੀਂ ਲੱਗ ਪਾ ਰਹੀ ਇਹਨੂੰ। ਜਦੋਂ ਇਦਾਂ ਹੋਵੇ, ਇਹਦਾ ਅੰਦਾਜ਼ਾ ਲਾ ਲਿਓ। ਜਦੋਂ ਐਂ ਲੱਗੇ ਵੀ ਬਸ ਸਾਰਾ ਕੁਝ ਮੇਰੇ ਕੋਲ ਹੀ ਆ ਜਾਏ, ਬਸ ਦੁਨੀਆ ਦਾ ਸਾਰਾ ਧਨ ਮੈਨੂੰ ਹੀ ਮਿਲ ਜਾਏ, ਮੈਂ ਹੀ ਸੌਖਾ ਹੋ ਜਾ, ਫਿਰ ਗੁਰੂ ਸਾਹਿਬ ਕਹਿੰਦੇ ਆਪਣਾ ਇਲਾਜ ਕਰਾਈ ਗੁਰੂ ਦੀ ਗੋਦ ਵਿੱਚ ਬਹਿ ਕੇ। ਤੈਨੂੰ ਲੋਭ ਦਾ ਰੋਗ ਲੱਗ ਗਿਆ ਆ, ਸਾਰਾ ਦਿਨ ਲਾਲਚ ਅਟਿਆ, ਸਾਰਾ ਦਿਨ ਲਾਲਚ ਵਿੱਚ ਹੀ ਰਹਿਣਾ ਤੂੰ, ਸਾਰਾ ਦਿਨ ਲਾਲਚ ਅਟਿਆ। ਮਨਮੁਖ ਹੋਰੇ ਗੱਲਾਂ, ਮਨਮੁਖ ਹੋਰ ਗੱਲਾਂ ਵਿੱਚ ਹੀ ਫਸਿਆ ਰਹਿੰਦਾ, ਹੋਰ ਗੱਲਾਂ ਵਿੱਚ ਹੀ ਪਿਆ ਰਹਿੰਦਾ। ਰਾਤੀ ਊਂਘੈ ਦੱਬਿਆ, ਰਾਤ ਫਿਰ ਸਾਰੀ ਸੋਚ, ਕਈ ਬੰਦੇ ਬੈੱਡ ਤੇ ਪੈ ਹੀ ਪਤਾ ਨਹੀਂ ਏਦਾਂ ਦੀਨ ਦੁਨੀਆ ਘੁੰਮਦੇ ਰਹਿੰਦੇ ਆ। ਸੁੱਤੇ ਪਿਆ ਨੂੰ ਨਾ ਏਦਾਂ ਪਤਾ ਨਹੀਂ ਕਿੰਨਾ ਕੁਝ ਚੱਲੀ ਜਾਂਦਾ ਇੱਥੇ ਦਿਮਾਗ ਵਿੱਚ, ਐ ਕਰਾਂਗੇ, ਏਦਾਂ ਹੋਏਗਾ, ਆਹ ਕਰ ਦਾਂਗਾ ਮੈਂ, ਐ ਨਾ ਭਾਈ, ਬਸ ਜਿੱਥੇ ਹੁੰਨਾ ਉੱਥੇ ਹੀ ਹੋਇਆ ਕਰ। ਤੁਸੀਂ ਵੇਖੋ, ਕੰਮ ਕਰਦਾ ਬੰਦਾ ਸੋਚਦਾ ਆਰਾਮ ਕਦੋਂ ਕਰਾਂਗੇ, ਤੇ ਜਦੋਂ ਆਰਾਮ ਕਰਨ ਪੈਂਦਾ ਫਿਰ ਕਹਿੰਦਾ ਵੀ ਕੰਮ ਕਿਵੇਂ ਹੋਏਗਾ। ਇਦਾਂ ਨਹੀਂ, ਪ੍ਰੈਜੈਂਟ 'ਚ ਜੀਣਾ ਸਿੱਖ, ਬਸ ਪ੍ਰੈਜੈਂਟ ਮੂਮੈਂਟ ਵਿੱਚ ਜੀਣਾ ਸਿੱਖੋ। ਜਿੱਥੇ ਹੀ ਆ ਸੁੱਖ ਇਹਦੇ ਵਿੱਚ ਹੀ ਹੈ। ਤੇ ਪ੍ਰੈਜੈਂਟ ਮੂਮੈਂਟ ਦਾ ਅਰਥ ਹੈ ਬਸ ਉਸ ਵੇਲੇ ਕੀ ਕਰਨਾ ਚਾਹੀਦਾ ਤੈਨੂੰ। ਹੁਣ ਜਦੋਂ ਗੁਰੂ ਕੋਲ ਬੈਠਣਾ ਆ ਫਿਰ ਕੀ ਕਰਨਾ ਚਾਹੀਦਾ, ਜਦੋਂ ਅਸੀਂ ਘਰ ਜਾਣਾ ਆ ਫਿਰ ਕੀ ਕਰਨਾ, ਜੌਬ ਤੇ ਮੈਂ ਕੀ ਕਰਨਾ। ਸਾਡਾ ਸਾਰੇ ਦਾ ਸਾਰਾ ਸਟਰਕਚਰ ਉਲਟਾ ਹੋ ਗਿਆ, ਅਸੀਂ ਉਲਟੀਆਂ ਕਹਾਣੀਆਂ ਬਣਾਤੀਆਂ। ਜਿਹੜੇ ਬੰਦੇ ਜਿੱਥੇ ਬੈਠੇ ਆ ਉੱਥੇ ਧਿਆਨ ਲਾਉਣ ਦੀ ਬਜਾਏ ਦੂਜੇ ਥਾਂ ਤੇ ਧਿਆਨ ਲੱਗ ਰਿਹਾ ਆ ਸਾਡਾ, ਤਾਂ ਕਾਮਯਾਬੀ ਨਹੀਂ ਹੋਏਗਾ ਤੂੰ। ਤਾਂ ਹੀ ਤੇ ਮੁਹਾਰਤ ਨਹੀਂ ਨਾ ਹਾਸਲ ਕਰਦਾ ਬੰਦਾ ਆਪਣੇ ਕੰਮ ਵਿੱਚ। ਜਿੱਥੇ ਚਾਹ ਹੋਏਗਾ, ਜਿੱਥੇ ਹੁੱਬ ਨਾਲ ਕੰਮ ਕਰੇਗਾ ਬੰਦਾ, ਉੱਥੇ ਸੱਚੀ ਮੁੱਚੀ ਕੋਈ ਵੀ ਬੰਦਾ, ਮੇਰੇ ਵਰਗੇ ਬੰਦੇ ਜਿਹੜੇ ਬਾਣੀ ਦੀ ਵਿਆਖਿਆ ਕਰਦੇ ਆ, ਉਹਨਾਂ ਦੇ ਦਿਮਾਗ ਵਿੱਚ ਬਾਣੀ ਘੱਟ ਚੱਲਦੀ ਹੈ, ਆਪਣਾ ਕਾਰੋਬਾਰ ਵੱਧ ਚੱਲਦਾ ਹੈ ਵੀ ਕਿਤੇ ਲੋਕ ਨਾ ਨਾਰਾਜ਼ ਹੋ ਜਾਣ। ਹਰ ਬੰਦੇ ਦੀ ਪ੍ਰੋਬਲਮ ਹੈ, ਹਰ ਬੰਦਾ ਸਮੱਸਿਆ 'ਚ ਘਿਰਿਆ ਹੈ। ਵੱਧ ਬਾਣੀ ਪੜ੍ਹਨ ਵਾਲਾ ਵੀ ਫਸਿਆ ਆ, ਨੋਰਮਲ ਬੰਦਾ ਵੀ ਫਸਿਆ ਹੈ ਉਸ ਸਮੱਸਿਆ 'ਚ। ਤਾਂ ਹੀ ਗੁਰਾਂ ਨੇ ਕਿਹਾ ਨਾ, ਜੋ ਜੋ ਦਿਸੈ, ਜੋ ਦਿਸ ਰਿਹਾ ਆ ਸਾਰਾ ਕੁਝ ਹੀ ਰੋਗੀ ਹੈ ਇੱਥੇ ਜੇ ਨਹੀਂ ਕੋਈ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ।
ਇੱਕੋ ਇੱਕ। ਜੋਗੀ ਦਾ ਮਤਲਬ ਹੁੰਦਾ ਮਿਲਿਆ ਹੋਇਆ। ਜੋਗੀ ਬਾਣੀ 'ਚ ਜੋਗ ਦੇ ਦੋ ਅਰਥ ਹੋਣਗੇ। ਇੱਕ ਜੋਗ ਦਾ ਅਰਥ ਆਏਗਾ ਕਮੰਡਲ ਵਾਲੇ ਜੋਗੀ, ਜਿਹੜੇ ਆਪਣੇ ਆਪ ਨੂੰ ਜੋਗੀ ਅਖਵਾਉਂਦੇ ਨੇ। ਇੱਕ ਜੋਗੀ ਦਾ ਅਰਥ ਆਏਗਾ ਰੱਬ ਨੂੰ ਮਿਲਿਆ ਹੋਇਆ। ਉਹ ਜੋਗੀ ਕਹਿੰਦੇ ਸੀ ਪਰਿਵਾਰ ਛੱਡਣਾ ਪੈਣਾ, ਬੱਚੇ ਛੱਡਣੇ ਪੈਣੇ, ਧੀਆਂ ਪੁੱਤ ਛੱਡਣੇ ਪੈਣੇ, ਘਰ ਛੱਡਣਾ ਪੈਣਾ, ਫਿਰ ਰੱਬ ਮਿਲਣਾ। ਉਹ ਜੋਗੀਆਂ ਦੀ ਇਹ ਫਿਲਾਸਫੀ ਸੀ। ਉਸ ਜੋਗ ਮਤ ਦਾ ਇਹ ਫੰਡਾ ਆ, ਇਹ ਇਤਿਹਾਸ ਹੈ, ਇਹ ਫਿਲਾਸਫੀ ਹੈ ਉਹਦੀ। ਉਹ ਕਹਿੰਦੇ ਜੇ ਰੱਬ ਮਿਲਣਾ ਤੇ ਟੱਬਰ ਛੱਡੋ। ਮੇਰੇ ਬਾਬੇ ਦੀ ਬਾਣੀ ਕਹਿੰਦੀ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਵੀ ਜੋਗੀ ਹੈ, ਮਾਇਆ ਆਲੇ ਦੁਆਲੇ ਇਹਦੇ ਬਹੁਤ ਹੈ, ਪਰ ਇਹ ਮਾਇਆ ਵਿੱਚ ਹੀ ਉਦਾਸ ਰਹਿੰਦਾ ਹੈ। ਇਹ ਮਾਇਆ ਦਾ ਦਾਗ ਨਹੀਂ ਲੱਗਣ ਦਿੰਦਾ ਆਪਣੇ ਆਪ ਤੇ। ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਉਂ ਪਾਈਏ। ਤੇਰੇ ਆਲੇ ਦੁਆਲੇ ਕਾਲਖ ਬਹੁਤ ਹੋਵੇ, ਪਰ ਕਾਲਖ ਲੱਗਣ ਨਾ ਦੇਈ ਆਪਣੇ ਆਪ ਤੇ। ਕਿੰਨੀ ਕਾਲਖ ਹੈ ਸਾਹਿਬਜ਼ਾਦਿਆਂ ਦੇ ਆਲੇ ਦੁਆਲੇ। ਕੋਈ ਡਰ ਦੇ ਰਿਹਾ ਆ, ਕੋਈ ਲਾਲਚ ਦੇ ਰਿਹਾ ਆ, ਕੋਈ ਧਮਕੀਆਂ ਦੇ ਰਿਹਾ ਆ, ਕੋਈ ਟੱਬਰ ਨੂੰ ਮਾਰ ਦੇਣ ਦੀਆਂ ਗੱਲਾਂ ਕਰਦਾ ਆ, ਪਰ 7 ਸਾਲ ਦਾ ਫਤਿਹ ਸਿੰਘ ਕਿਸੇ ਕਾਲਖ ਨੂੰ ਲਾਗੇ ਆਉਣ ਦਿੰਦਾ? ਸੋਚੋ, ਨਹੀਂ ਆਉਣ ਦਿੰਦਾ ਉਹ। ਕੋਈ ਚੀਜ਼ ਨਹੀਂ, ਨਾ ਅਹੁਦੇ। ਅਗਲੇ ਕਹਿੰਦੇ ਸੋਨੇ ਨਾਲ ਤੋਲ ਦਾਂਗੇ ਤੁਹਾਨੂੰ। ਉਹ ਕਹਿੰਦੇ ਛੱਡ ਖਹਿੜਾ, ਕਿਹੜੇ ਸੋਨੇ ਨਾਲ ਤੋਲ ਦੋਗੇ? ਤੁਸੀਂ ਤਾਂ ਮੈਨੂੰ ਸੋਨੇ ਨਾਲ ਤੋਲੋਗੇ ਨਾ। ਜਿਸ ਗੁਰੂ ਦੇ ਚਰਨਾਂ 'ਚ ਮੈਂ ਮੱਥਾ ਟੇਕਦਾ, ਉਸ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਸਾਰੀ ਧਰਤੀ ਸੋਨੇ ਦੀ ਬਣਾ ਦਾਂਗੇ। ਤੁਸੀਂ ਤੋਲਣਾ ਕੀ ਹੈ ਮੈਨੂੰ? ਸੋਨੇ ਦੀ ਧਰਤੀ ਦਾ ਅਰਥ ਹੈ ਸੋਨਾ ਉਹ ਧਾਤੂ ਹੈ ਜਿਹਦੇ ਵਿੱਚ ਮਿਲਾਵਟ ਨਹੀਂ ਹੁੰਦੀ। ਜਿਹਦੇ 'ਚ ਮਿਲਾਵਟ ਹੋਵੇ ਉਹ ਸੋਨਾ ਨਹੀਂ ਹੁੰਦਾ। ਧਰਤੀ ਵਿੱਚੋਂ ਹੀ ਪੈਦਾ ਹੁੰਦਾ ਆ, ਸਾਰੀਆਂ ਚੀਜ਼ਾਂ ਵਿੱਚ ਮਿਕਸ ਚੀਜ਼ਾਂ ਆ। ਸੋਨਾ ਉਹ ਹੈ ਜਿਹੜਾ ਬਿਲਕੁਲ ਸ਼ੁੱਧ ਹੋਵੇ, ਕੁਆਲਿਟੀ ਹੈ ਉਹਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਤਾਂ ਕੱਲੇ ਕੱਲੇ ਵੀਰ ਭੈਣ ਨੂੰ ਸੋਨੇ ਦਾ ਬਣਾ ਜਾਣਾ, ਮਿਲਾਵਟ ਰਹਿ ਹੀ ਨਹੀਂ। ਖਾਲਸੇ ਦਾ ਅਰਥ ਹੀ ਮਿਲਾਵਟ ਰਹਿਤ ਹੈ। ਖਾਲਸ ਮੀਨਿੰਗ ਖਾਲਸਾ, ਜਿਹਦੇ 'ਚ ਕੋਈ ਮਿਲਾਵਟ ਨਹੀਂ। ਹੁਣ ਚੈੱਕ ਕਰੀਏ ਭਲਾ ਆਪਾਂ ਵੀ ਆਪਣੇ 'ਚ ਮਿਲਾਵਟ ਨਹੀਂ। ਕਿੰਨੀਆਂ ਮਿਲਾਵਟਾਂ ਨੇ ਸਾਡੇ 'ਚ, ਕਿੰਨੇ ਤਰ੍ਹਾਂ ਦਾ ਸਾਡੇ ਅੰਦਰ ਸਿਲਸਿਲਾ ਚੱਲਦਾ ਆ, ਕਿੰਨਾ ਕੁਝ ਭਰਿਆ ਪਿਆ ਹੈ ਇਸ ਦਿਮਾਗ ਅੰਦਰ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜਿੰਨਾ ਚਿਰ ਤੱਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝੇਗਾ ਨਹੀਂ, ਉਹਨਾਂ ਚਿਰ ਤੱਕ ਤੈਨੂੰ ਬਾਣੀ ਦੀ ਬਾਤ ਸਮਝ ਨਹੀਂ ਆਉਣੀ। ਇਹ ਦਾਨ ਗੁਰੂ ਸਾਹਿਬ ਜੀ ਤੋਂ ਮੰਗੀਏ। ਜਦੋਂ ਗੁਰੂ ਕੋਲ ਆਣ ਕੇ ਮੰਗੀਏ ਨਾ ਤੇ ਇਹੀ ਦਾਨ ਮੰਗੀਏ। ਇਹਦੇ ਤੋਂ ਸਿਵਾਏ ਜੇ ਹੋਰ ਮੰਗੇਗਾ, ਫਿਰ ਸਤਿਗੁਰੂ ਜੀ ਐਵੇਂ ਕਹਿੰਦੇ ਆ ਬਾਣੀ 'ਚ, ਬਿਨ ਤੁਧ ਹੋਰ ਜੇ ਮੰਗਣਾ। ਲਿਖਿਆ ਹੈ ਨਾ ਬਾਣੀ 'ਚ ਗੁਰੂ ਸਾਹਿਬ ਜੀ ਨੇ। ਹੁਣ ਵੇਖਿਓ ਭਲਾ ਕਿੰਨੇ ਬੰਦੇ ਆ ਜਿਹੜੇ ਬਿਨ ਤੁਧ ਹੋਰ ਮੰਗਦੇ ਆ, ਬਿਨ ਤੁਧ ਹੋਰ ਜੇ ਮੰਗਦੇ ਆ। ਤੇ ਗੁਰੂ ਸਾਹਿਬ ਕਹਿੰਦੇ ਦੁੱਖ ਸਹੇੜੇਗਾ, ਚੇਤਾ ਰੱਖੀ ਮੁਸੀਬਤਾਂ ਮੁੱਲ ਲਏਗਾ ਤੂੰ ਜੇ ਬਿਨ ਤੁਧ ਹੋਰ ਮੰਗ ਲਿਆ ਤੇ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਤੇ ਕੀ ਮੰਗੀਏ ਫਿਰ? ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਮੁੱਕੇ, ਅੰਦਰੋਂ ਭੁੱਖ ਮੁੱਕੇ ਸਾਡੀ, ਅੰਦਰੋਂ ਇਹ ਭੁੱਖ ਮੁੱਕੇ। ਤੇ ਕਿਹੜੀ ਲੱਗੇ ਉਹ ਵੀ ਦੱਸੀ ਫਿਰ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ। ਜਿੱਦਣ ਉਹ ਭੁੱਖ ਲੱਗੇਗੀ, ਫਿਰ ਉਸ ਭੁੱਖ ਨੂੰ ਮਿਟਾਉਣ ਲਈ ਜਦੋਂ ਗੁਰੂ ਕੋਲ ਆਏਗਾ ਨਾ, ਫਿਰ ਸਤਿਗੁਰਾਂ ਦੀ ਬਾਣੀ ਦਾਵਾ ਕਰਦੀ ਹੈ ਉਤ ਭੁਖੈ ਖਾਏ ਚੱਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਉਹ ਸਾਹਿਬ ਸੱਚਾ, ਉਹਦਾ ਨਿਆਂ ਸੱਚਾ, ਉਹਦੇ ਨਾਲ ਜੁੜਨ ਵਾਲਾ ਸੱਚਾ। ਚਿੱਤੇ ਰੱਖਿਓ, ਉਹ ਸੱਚਾ, ਉਹਦਾ ਨਿਆਂ ਸੱਚਾ, ਉਹਦੇ ਨਾਲ ਜੁੜਨ ਵਾਲਾ ਸੱਚਾ। ਪਰ ਅਸੀਂ ਕਿਉਂ ਨਹੀਂ ਬਣੇ ਫਿਰ ਸੱਚੇ? ਅਸੀਂ ਕਿੰਨੇ ਝੂਠੇ ਆ, ਅਸੀਂ ਕਿੰਨਾ ਕੁਫਰ ਤੋਲਦੇ ਆ ਆਪਣੀ ਲਾਈਫ ਵਿੱਚ। ਅਸੀਂ ਇਹਦੀ ਗੱਲ ਉਹਦੇ ਕੋਲ, ਉਹਦੀ ਉਹਦੇ ਕੋਲ, ਕਿੰਨਾ ਕੁਝ ਚੱਲਦਾ ਆ ਸਾਡੇ ਅੰਦਰ ਇੱਥੇ। ਤੇ ਬਹਿਨੇ ਕਿਹਦੇ ਕੋਲ ਆ? ਜਿਹਦੇ ਬਾਰੇ ਇਹ ਲਿਖਿਆ ਆ ਬਾਣੀ 'ਚ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਉਹ ਆਪ ਸੱਚਾ, ਉਹਦਾ ਨਿਆਂ ਸੱਚਾ। ਸਾਡੇ ਨਿਆਂ ਸੱਚੇ ਨੇ ਭਲਾ, ਤੇ ਸੱਚੇ ਨਾਲ ਜੁੜੇ ਦੇ ਵੀ ਨਿਆਂ ਸੱਚੇ ਹੋਣੇ ਚਾਹੀਦੇ ਆ। ਅਸੀਂ ਸੱਚਾ ਨਿਆਂ ਕਿਉਂ ਨਹੀਂ ਕੀਤਾ ਆਪਣੇ ਨਾਲ?
ਛੱਡ ਯਾਰ, ਤੂੰ ਦੁਨੀਆ ਨਾਲ ਨਿਆਂ ਨਹੀਂ ਕਰ ਸਕਿਆ, ਆਪਣੇ ਨਾਲ ਹੀ ਕਰ ਲੈਂਦਾ। ਨਹੀਂ ਕਰ ਸਕਿਆ, ਆਪਣੇ ਨਾਲ ਵੀ ਨਿਆਂ ਨਹੀਂ ਕੀਤਾ। ਤੂੰ ਖਾਧਾ ਉਹ ਜੋ ਤੇਰੀ ਸਿਹਤ ਲਈ ਠੀਕ ਨਹੀਂ, ਪੀਤਾ ਉਹ ਜੋ ਤੇਰੀ ਸਿਹਤ ਲਈ ਠੀਕ ਨਹੀਂ, ਸੋਚਿਆ ਉਹ ਜੋ ਤੇਰੀ ਸਿਹਤ ਲਈ ਠੀਕ ਨਹੀਂ, ਦਿਮਾਗ ਵਿੱਚ ਚਲਾਇਆ ਉਹ ਜੋ ਤੇਰੀ ਸਿਹਤ ਲਈ ਠੀਕ ਨਹੀਂ। ਦੂਜਿਆਂ ਲਈ ਨਹੀਂ, ਆਪਣੇ ਜੋਗਾ ਤੇ ਕਰ। ਸਾਡੇ ਬਾਪੂ ਜੀ ਕਹਿੰਦੇ ਹੋਣੇ ਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋਣੇ, ਜੇ ਕਿਸੇ ਦਾ ਭਾਰ ਨਹੀਂ ਚੁੱਕਣ ਜੋਗਾ, ਆਪਣਾ ਤੇ ਚੁੱਕ ਲਾ। ਵੈਸੇ ਤਾਂ ਮੈਂ ਤੈਨੂੰ ਕਿਸੇ ਦਾ ਭਾਰ ਚੁੱਕਣ ਜੋਗਾ ਬਣਾਇਆ ਆ, ਪਰ ਜਿਹੜਾ ਆਪਣਾ ਭਾਰ ਨਹੀਂ ਚੁੱਕ ਸਕਦਾ ਉਹਨੇ ਕਿਸੇ ਦਾ ਕੀ ਚੁੱਕਣਾ। ਜਿਹੜਾ ਆਪਣੀ ਹੱਸ ਸਕਦਾ ਉਹਨੇ ਕਿਸੇ ਨੂੰ ਕੀ ਹਸਾਉਣਾ ਆ। ਜਿਹੜਾ ਆਪਣਾ ਨਹੀਂ ਪੇਟ ਪਾਲ ਸਕਦਾ ਉਹਨੇ ਦੂਜੇ ਦਾ ਕੀ ਪਾਲਣਾ। ਜਿਹੜਾ ਇਹ ਸੋਚਦਾ ਆ ਵੀ ਇਦਾਂ ਇਦਾਂ ਹੇਰਾ ਫੇਰੀਆਂ ਕਰਕੇ, ਧੱਕੇ ਕਰਕੇ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਢਿੱਡ ਭਰਾਂਗੇ, ਉਹ ਭਾਈ ਜੇ ਤੂੰ ਆਪਣਾ ਵੀ ਪੇਟ ਭਰਨ ਜੋਗਾ ਨਹੀਂ ਤੇ ਫਿਰ ਤਾਂ ਤੂੰ ਪਸ਼ੂ ਪੰਛੀਆਂ ਤੋਂ ਵੀ ਗਿਆ ਗੁਜ਼ਰਿਆ ਆ। ਕਦੀ ਕਿਸੇ ਪਸ਼ੂ ਪੰਛੀ ਨੇ ਦੂਜੇ ਦੇ ਹੱਥ ਦੀ ਬੁਰਕੀ ਖੋ ਕੇ ਨਹੀਂ ਖਾਧੀ। ਕਦੀ ਜਾਨਵਰ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ, ਅਸੀਂ ਕਹਿ ਤੇ ਜਾਨਵਰ ਹੀ ਛੱਡਣਾ ਆ ਉਹਨਾਂ ਨੂੰ। ਤੇ ਕਦੀ ਕਿਸੇ ਜਾਨਵਰ ਨੂੰ ਸਿਖਾਉਣਾ ਨਹੀਂ ਪਿਆ। ਕੋਈ ਟ੍ਰੇਨਿੰਗ ਸੈਂਟਰ ਨਹੀਂ ਜਾਨਵਰਾਂ ਦਾ, ਕਿਤੇ ਨਹੀਂ, ਕਿਤੇ ਕਿਸੇ ਜਾਨਵਰ ਨੂੰ ਨਹੀਂ ਦੱਸਿਆ ਜਾਂਦਾ ਵੀ ਜਾਨਵਰ ਕਿਵੇਂ ਬਣਨਾ ਆ। ਬਸ ਤੈਨੂੰ ਹੀ ਦੱਸਣਾ ਪੈਂਦਾ ਬੰਦਾ ਕਿਵੇਂ ਬਣਨਾ ਹੈ। ਸਾਰੇ ਕਾਲਜ, ਯੂਨੀਵਰਸਿਟੀਆਂ, ਇੰਸਟੀਚਿਊਟ, ਅਦਾਰੇ, ਅਖਬਾਰਾਂ, ਕਿਤਾਬਾਂ, ਜਿੰਨਾ ਕੁਝ ਹੈ, ਕਿਤਾਬਾਂ ਕਿਹਦੇ ਵਾਸਤੇ ਲਿਖੀਆਂ ਜਾਂਦੀਆਂ? ਬੰਦਿਆਂ ਵਾਸਤੇ। ਕੋਈ ਜਾਨਵਰ ਵਾਸਤੇ ਕਿਤਾਬ ਥੋੜੀ ਲਿਖੀ ਜਾਂਦੀ ਹੈ। ਪਰ ਜਾਨਵਰ ਫਿਰ ਵੀ ਆਪਣੇ ਆਪ ਤਾਂ ਠੀਕ ਨੇ ਜਿੱਥੇ ਵੀ ਹੈਗੇ ਆ। ਬੰਦੇ ਲਈ ਕਿੰਨਾ ਕੁਝ ਤਿਆਰ ਕੀਤਾ ਗਿਆ ਆ, ਪਰ ਬੰਦਾ ਕਿਉਂਕਿ ਚਲਾਕੀ ਹੈ ਨਾ ਸਾਡੇ ਕੋਲ, ਅਸੀਂ ਹਰ ਇੱਕ ਚੀਜ਼ ਨੂੰ ਚਲਾਕੀ ਨਾਲ ਜਾਣਨਾ ਚਾਹੁੰਦੇ ਹਾਂ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਪਰਮਾਤਮਾ ਕੋਲ ਆਣ ਕੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ। ਗੁਰੂ ਸਾਹਿਬ ਜੀ ਕੋਲ ਆਣ ਕੇ ਇਹ ਨਾ ਸਿੱਖ ਮੈਨੂੰ ਆਹ ਦਿਓ, ਗੁਰੂ ਸਾਹਿਬ ਜੀ ਨੂੰ ਆਣ ਕੇ ਕਹੇ ਬਸ ਬੰਦਾ ਬਣਾ ਦਿਓ ਮੈਨੂੰ। ਬੰਦੇ ਐਂ ਕਹਿੰਦੇ ਸਾਡੇ ਗੁਰੂ ਸਾਹਿਬ, ਬੰਦੇ ਬੰਦਗੀ ਇਖਤਿਆਰ, ਬੰਦਿਆ ਤੂੰ ਬੰਦਗੀ ਕਰਨ ਲਈ ਬਣਿਆ ਆ। ਤੇਰਾ ਬੰਦਾ ਨਾਮ ਤਾਂ ਆ, ਤੈਨੂੰ ਬੰਦਾ ਤਾਂ ਕਿਹਾ ਗਿਆ ਆ। ਬੰਦਾ ਉਹੋ ਹੀ ਹੈ ਜਿਹੜਾ ਬੰਦੀ ਵਿੱਚ ਪਵੇ, ਜਿਹਨੂੰ ਸਮਝ ਲੱਗੇ। ਪਰ ਤੂੰ ਆਪਣੇ ਹੀ ਜਾਲਾਂ 'ਚ ਬੰਦੇ ਸੇਜੇ ਪਵੇਂ ਵਿੱਚ ਬੰਦੀ। ਬੰਦਾ ਉਹ ਸੀ ਜਿਹੜਾ ਬੰਦਗੀ ਵਿੱਚ ਪੈਂਦਾ, ਪਰ ਤੇਰੀ ਮੁਸ਼ਕਲ ਇਹ ਬਣ ਗਈ, ਬੰਦਾ ਉਹ ਬਣ ਗਿਆ ਜਿਹੜਾ ਬੰਧਨ ਵਿੱਚ ਪਿਆ ਹੋਇਆ ਆ। ਸਭ ਤੋਂ ਵੱਧ ਬੰਧਨ ਸਾਡੀ ਲਾਈਫ ਵਿੱਚ ਨੇ। ਕੋਈ ਪੰਛੀ ਆਪਣੀ ਔਲਾਦ ਲਈ ਨਹੀਂ ਜੀਂਦਾ, ਕੋਈ ਮੋਹ ਨਹੀਂ ਕਰਦੇ ਕਿਸੇ ਚੀਜ਼ ਨਾਲ, ਉਹ ਕੋਈ ਜਾਨਵਰ ਏਦਾਂ ਮੋਹ ਨਹੀਂ ਕਰਦਾ। ਸਾਡਾ ਹਾਲ ਵੇਖੋ ਤੁਸੀਂ, ਨਾ ਮੋਹ ਛੱਡਣਾ ਚਾਹੁੰਦੇ ਆ, ਨਾ ਅਸੀਂ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦੇ ਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਾਨਵਰ, ਤਾਂ ਹੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਰੱਬ ਦੀ ਭਗਤੀ ਸਿੱਖਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੈਨੂੰ ਮੈਂ ਕੂਕਰ ਤੋਂ ਸਿਖਾਉਣਾ, ਕਿਵੇਂ ਕੂਕਰ ਭਗਤੀ ਕਰਦਾ, ਕਿਵੇਂ ਜਾਨਵਰ ਭਗਤੀ। ਸਾਰੀਆਂ ਐਗਜ਼ਾਮਪਲਾਂ ਬਾਣੀ 'ਚ ਦਿੱਤੀਆਂ ਹੋਈਆਂ ਨੇ, ਸਿਰਫ ਬੰਦੇ ਨੂੰ ਸਮਝਾਉਣ ਵਾਸਤੇ। ਇੱਕ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਬੰਦਿਆ ਤੇਰਾ ਤਾਂ ਹਾਲ ਚੂਹੇ ਵਰਗਾ ਹੈ, ਬਾਣੀ 'ਚ ਲਿਖਿਆ। ਨਹੀਂ ਪੜ੍ਹਦੇ ਅਸੀਂ, ਗੱਲ ਵੱਖਰੀ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿਰਿਆਚਾਰ ਕਰੇ ਖਟ ਕਰਮਾ ਇਤਰਾਤੇ ਸੰਸਾਰੀ। ਸਿਰਫ ਕਿਰਿਆਵਾਂ ਹੀ ਕਰਦੇ ਹਾਂ ਅਸੀਂ। ਸੰਸਾਰੀ ਬੰਦਾ ਕਿਰਿਆਵਾਂ ਕਰਦਾ। ਵੇਖੋ ਜੀ, ਬਾਣੀ ਪੜ੍ਹ ਰਿਹਾ, ਗੁਰਦੁਆਰੇ ਜਾ ਰਿਹਾ, ਨਾਮ ਜਪ ਰਿਹਾ, ਮੰਦਰ ਜਾ ਰਿਹਾ, ਮਸਜਿਦ ਜਾ ਰਿਹਾ। ਮੰਦਰ 'ਚ ਜਾ ਕੇ ਭਗਵਾਨ ਵਰਗਾ ਨਹੀਂ ਬਣਿਆ, ਮਸਜਿਦ ਜਾ ਕੇ ਅੱਲਾ ਵਰਗਾ ਨਹੀਂ ਬਣਿਆ, ਗੁਰਦੁਆਰੇ ਜਾ ਕੇ ਗੁਰੂ ਨਾਨਕ ਵਰਗਾ ਨਹੀਂ ਬਣਿਆ। ਫਿਰ ਤੇਰੇ ਮੰਦਰ ਮਸਜਿਦ ਜਾਣ ਨੂੰ ਕਰਾਂ ਕੀ? ਅੱਲਾ ਵਾਲੇ ਗੁਣ ਆਏ ਤੇਰੇ 'ਚ? ਸਵਾਲ ਕਰਦੇ ਸੀ ਨਾ ਗੁਰੂ ਸਾਹਿਬ ਜੀ ਕਾਜ਼ੀਆਂ ਨੂੰ ਜਾ ਕੇ, ਕਾਜ਼ੀ ਤੂੰ ਮਸਜਿਦ ਵਿੱਚ ਰਹਿਣਾ ਆ, ਲੋਕਾਂ ਨੂੰ ਰੱਬ ਦਾ ਉਪਦੇਸ਼ ਦਿੰਦਾ ਆ, ਪਰ ਜਿਹੜਾ ਬੰਦਾ ਜ਼ੁਲਮ ਕਰਨ ਵਾਸਤੇ ਧਰਤੀ ਤੇ ਤੁਰਦਾ ਨਾ, ਉਹਦੀ ਵੀ ਅਰਦਾਸ ਕਰ ਦਿੰਦਾ ਤੂੰ ਗੁਰੂ ਚਰਨਾਂ ਦੇ ਵਿੱਚ। ਤੇਰਾ ਗੁਰੂ ਸਾਹਿਬ ਮੱਕੇ ਕਿਉਂ ਗਏ ਸਨ? ਕਿਉਂ ਦੌਰਾ ਕੀਤਾ ਸੀ ਮੇਰੇ ਬਾਬੇ ਨਾਨਕ ਨੇ ਮੱਕੇ ਦਾ? ਹਾਲਾਂਕਿ ਮੱਕੇ 'ਚ ਅੱਜ ਤੱਕ ਵੀ ਪ੍ਰਚਲਿਤ ਹੈ ਵੀ ਕੋਈ ਵੀ ਬੰਦਾ ਗੈਰ ਇਸਲਾਮ ਨਾਲ ਸੰਬੰਧ ਰੱਖਦਾ ਨਹੀਂ ਜਾ ਸਕਦਾ। ਮੇਰੇ ਬਾਬੇ ਨਾਨਕ ਨੇ, ਮੱਕਾ ਸ਼ਹਿਰ ਦਾ ਨਾਮ ਹੈ, ਪਹਿਲਾਂ ਤਾਂ ਇਹ ਸਮਝਿਓ, ਮੱਕਾ ਸ਼ਹਿਰ ਹੈ। ਉਸ ਮੱਕੇ ਸ਼ਹਿਰ ਦੇ ਵਿੱਚ ਇੱਕ ਕਾਬਾ ਉਹਨਾਂ ਦਾ ਪਵਿੱਤਰ ਸਥਾਨ ਹੈ। ਜਿਵੇਂ ਸਰੀ ਕਹਿ ਲਓ ਤੇ ਸਰੀ 'ਚ ਗੁਰਦੁਆਰਾ ਕਹਿ ਲਓ।
ਮੱਕਾ ਸ਼ਹਿਰ ਦਾ ਨਾਮ ਹੈ। ਮੱਕੇ 'ਚ ਸਾਰੀ ਦੁਨੀਆ ਜਾ ਸਕਦੀ ਹੈ। ਕਾਬਾ ਉਹਨਾਂ ਦਾ ਪਵਿੱਤਰ ਅਸਥਾਨ ਹੈ। ਮੇਰੇ ਦਾਤਾਰ ਪਾਤਸ਼ਾਹ ਜੀ ਕਾਬੇ ਗਏ ਔਰ ਉਹਨਾਂ ਨੂੰ ਭਾਈ ਗੁਰਦਾਸ ਜੀ ਨੇ ਕਿੰਨਾ ਪਿਆਰਾ। ਹੁਣ ਅਸੀਂ ਤਾਂ ਸਾਡੀ ਸਮੱਸਿਆ ਹੈ, ਅਸੀਂ ਇਤਿਹਾਸ ਦੀ ਘਟਨਾ ਵੀ ਸੁਣਾਉਣੀ ਹੈ ਤੇ ਅਸੀਂ ਕਹਿਣਾ ਬਾਬਾ ਨਾਨਕ ਜੀ ਮੱਕੇ ਗਏ, ਮੱਕੇ ਵੱਲ ਨੂੰ ਪੈਰ ਕਰ ਲੈ, ਤੇ ਜਿੱਧਰ ਨੂੰ ਫਿਰ ਮਹਾਰਾਜ ਦੇ ਪੈਰ ਖੜੇ ਸਾਰਾ ਮੱਕਾ ਹੀ ਏਦਾਂ ਘੁੰਮੀ ਜਾਂਦਾ ਸੀ। ਜਿੱਧਰ ਪੈਰ ਖੜਦੇ ਸੀ ਉਹ ਮੱਕਾ ਤਾਂ ਸ਼ਹਿਰ ਹੈ ਭਾਈ। ਭਾਈ ਗੁਰਦਾਸ ਜੀ ਨੇ ਲਿਖਿਆ ਫਿਰਿਆ ਮੱਕਾ ਕਲਾ ਦਿਖਾਰੀ। ਸ਼ਹਿਰ ਕਿਵੇਂ ਘੁੰਮੇਗਾ? ਪਰ ਜਦੋਂ ਨਹੀਂ ਸਾਰੀ ਬਰੀਕੀ ਨੂੰ ਧਿਆਨ ਨਾਲ ਸਮਝਣਾ, ਅਰਥ ਨਹੀਂ ਵੇਖਣੇ ਸਾਰੇ, ਫਿਰ ਉਹ ਸਿੱਧੇ ਸਿੱਧੇ ਅਰਥ ਜਿਵੇਂ ਸਮਝ ਆਉਂਦੇ ਨੇ। ਕਿਉਂਕਿ ਧਾਰਮਿਕ ਲਾਈਨ ਵਿੱਚ ਵੀ ਨਾ ਸਾਡੇ ਸਿਲਸਿਲੇ ਵਿੱਚ ਤਾਂ ਇਦਾਂ ਹੀ ਹੈ। ਸਾਡੇ ਸਿੱਖ ਕਲਚਰ, ਜਿਹੜਾ ਬੰਦਾ ਕਿਤੇ ਵੀ ਕਾਮਯਾਬ ਨਾ ਹੋਵੇ ਉਹਨੂੰ ਕਹਿੰਦੇ ਬਾਬਾ ਬਣਾ ਦਿਓ। ਇਹ ਤਾਂ ਸੌਖਾ ਹੀ ਕੰਮ ਹੈ, ਇੱਥੇ ਕਿਹੜਾ ਬਹੁਤਾ ਕੁਝ ਕਰਨਾ ਪੈਣਾ। ਜਿਹੜੇ ਇੰਟੈਲੀਜੈਂਟ ਬੱਚੇ ਆ ਉਹਨਾਂ ਨੂੰ ਕਹਿਣਗੇ ਡਾਕਟਰ ਬਣਾਓ, ਜੱਜ ਬਣਾਓ, ਵਕੀਲ ਬਣਾਓ, ਅਫਸਰ ਬਣਾਓ ਇਹਨਾਂ ਨੂੰ। ਤੇ ਜਿਹੜੇ ਫੇਲੀਅਰ ਬੰਦੇ ਹੋਣ ਉਹਨਾਂ ਨੂੰ ਕੀ ਬਣਾਓ? ਫਿਰ ਬਾਬੇ ਬਣਾ ਲਓ। ਤੇ ਤੁਸੀਂ ਅੰਦਾਜ਼ਾ ਲਾ ਲਓ ਫੇਲੀਅਰ ਆ। ਅੱਛਾ, ਗੱਲ ਇਹ ਸਭ ਤੋਂ ਜ਼ਰੂਰੀ ਹੈ, ਵਿਸ਼ਾ ਇਹ ਸਭ ਤੋਂ ਇੰਪੋਰਟੈਂਟ ਹੈ, ਕੀਮਤੀ ਹੈ। ਇੱਥੇ ਸਭ ਤੋਂ ਵੱਧ ਇੰਟੈਲੀਜੈਂਟ ਬੰਦਾ ਚਾਹੀਦਾ ਸੀ, ਜਿਹੜਾ ਬਹੁਤ ਤੇਜ਼ ਦਿਮਾਗ ਵਾਲਾ ਹੁੰਦਾ, ਜਿਹੜਾ ਬਹੁਤ ਇੰਟੈਲੀਜੈਂਟ ਹੁੰਦਾ। ਉਹਨੂੰ ਇਸ ਲਾਈਨ ਵਿੱਚ ਲਿਆਉਂਦੇ ਵੀ ਯਾਰ ਤੂੰ ਸਮਝਾ ਗੁਰੂ ਸਾਹਿਬ ਦੀ ਗੱਲ। ਗੱਲ ਬਹੁਤ ਇੰਟੈਲੀਜੈਂਟ ਬੰਦਿਆਂ ਦੀ ਹੈ, ਗੱਲ ਬਹੁਤ ਮਹਾਨ ਪੁਰਸ਼ਾਂ ਦੀ ਹੈ, ਤੇ ਵਸ ਕਿਹਨਾਂ ਦੇ ਪੈ ਗਈ? ਮੇਰੇ ਵਰਗੇ ਅਨਪੜ੍ਹਾਂ ਦੇ, ਜਿਨ੍ਹਾਂ ਨੂੰ ਊੜਾ ਨਹੀਂ ਆਉਂਦਾ ਗੁਰਮਤਿ ਦਾ। ਫਿਰਿਆ ਮੱਕਾ ਕਲਾ ਦਿਖਾਰੀ, ਐ ਪੜਿਆ। ਬਾਣੀ 'ਚ ਬਹੁਤ ਸਾਰੇ ਸ਼ਬਦ ਆਉਣਗੇ ਜਿਨ੍ਹਾਂ ਦੇ ਅਰਥ ਅਸੀਂ ਆਪਣੇ ਢੰਗ ਨਾਲ ਇੰਨਾ ਗੁੰਮਰਾਹ ਕੁੰਨ ਕੀਤੇ ਨੇ ਵੀ ਅੱਜ ਸਾਡੀਆਂ ਕੌਮ ਵਿੱਚ ਸਭ ਤੋਂ ਵੱਡੀਆਂ ਦੁਬਿਧਾਵਾਂ ਹੀ ਉਹ ਪਈਆਂ ਹੋਈਆਂ। ਵਿਚਾਰ ਦੌਰਾਨ ਤੁਹਾਡੇ 'ਚੋਂ ਕੋਈ ਵੀਰ ਭੈਣ ਮੇਰੇ ਨਾਲ ਗੱਲ ਕਰ ਸਕਦਾ ਵੀ ਇਹ ਸਾਰੇ ਸ਼ਬਦਾਂ ਦੇ ਅਰਥ ਇਦਾਂ ਨਹੀਂ ਹਨ। ਜੇ ਕੋਈ ਗੱਲ ਜਦੋਂ ਇੱਥੇ ਬੋਲੀ ਦੀ ਹੈ ਤੇ ਉਹਦਾ ਅਰਥ ਹੁੰਦਾ ਹੈ ਵੀ ਅਸੀਂ ਸਾਰੇ ਧਿਆਨ ਨਾਲ ਸਮਝੀਏ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ, ਇਹਦੇ ਅਰਥ ਠੀਕ ਕੀਤੇ ਸਾਡੀ ਕੌਮ ਨੇ। ਉਹਦੇ 'ਚ ਲਿਖਿਆ ਥਾਲ ਨਾਲ ਆਰਤੀ ਨਹੀਂ ਹੋਣੀ, ਤੇ ਸਾਡੇ ਸੈਂਕੜੇ ਹੀ ਗੁਰਦੁਆਰੇ ਆ ਜਿੱਥੇ ਥਾਲੀ ਫੜ ਕੇ ਆਰਤੀ ਹੋਈ ਜਾਂਦੀ ਹੈ। ਕਿਉਂ ਨਹੀਂ ਮਨਾ ਕਰਦਾ ਕੋਈ? ਉਹਦੇ 'ਚ ਲਿਖਿਆ ਭਾਈ ਥਾਲ ਨਾਲ ਨਹੀਂ ਹੁੰਦੀ ਆਰਤੀ ਰੱਬ ਦੀ। ਉਹਦੀ ਆਰਤੀ ਕਿਵੇਂ ਕਰ ਲੇਗਾ? ਜਿੱਡਾ ਉਹ ਵੱਡਾ ਆ ਏਡੀ ਵੱਡੀ ਉਹਦੀ ਆਰਤੀ ਹੋਣੀ ਹੈ। ਜਗਨਨਾਥਪੁਰ ਵਿੱਚ ਡਿਬੇਟ ਹੋਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ। ਉੱਥੋਂ ਦੇ ਵਕਤ ਦੇ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਮੰਨਿਆ ਔਰ ਉਹਨਾਂ ਨੇ ਕਿਹਾ, ਇਤਿਹਾਸ ਦੱਸਦਾ, ਉਹਨਾਂ ਨੇ ਕਿਹਾ ਅਸੀਂ ਗਲਤੀ ਕਰਦੇ ਸੀ, ਸਾਨੂੰ ਨਹੀਂ ਪਤਾ ਸੀ ਪ੍ਰਮਾਤਮਾ ਦੀ ਆਰਤੀ ਕਰਨ ਦਾ। ਉਹਨਾਂ ਨੇ ਗਲਤੀ ਮੰਨ ਲਈ, ਸਾਡੇ ਵਾਲਿਆਂ ਨੇ ਗਲਤੀ ਗੁਰੂ ਦੀ ਹਜ਼ੂਰੀ 'ਚ ਦੁਹਰਾਤੀ ਵੀ ਅਸੀਂ ਕਰਾਂਗੇ, ਸਾਨੂੰ ਰੋਕ ਕੇ ਵਿਖਾਓ। ਮੈਂ ਬੋਲ ਪੜ੍ਹਦਾ ਸੀ ਕਵੀ ਦੇ, ਉਹ ਲਿਖਿਆ ਬੜਾ ਪਿਆਰਾ। ਲਹਿੰਦੇ ਵੱਲ ਨੂੰ ਦਿੱਤਾ ਪਾਣੀ ਗੰਗਾ ਦੇ ਵਿੱਚ ਖੜ ਕੇ ਤੂੰ, ਜਗਨਨਾਥ ਵਿੱਚ ਰੋਕੀ ਆਰਤੀ ਪੰਡਤ ਬਾਹੋਂ ਫੜ ਕੇ ਤੂੰ। ਲਹਿੰਦੇ ਵੱਲ ਨੂੰ ਪਾਣੀ ਦਿੱਤਾ। ਬ੍ਰਾਹਮਣਿਜ਼ਮ ਨਾਲ ਸੰਬੰਧ ਰੱਖਦੇ ਬੰਦੇ ਚੜ੍ਹਦੇ ਨੂੰ ਪਾਣੀ ਦਿੰਦੇ ਸੀ, ਕਹਿੰਦੇ ਸੀ ਇੱਧਰ ਰੱਬ ਵਸਦਾ ਆ, ਦੱਖਣ ਵਿੱਚ ਰੱਬ ਵਸਦਾ ਆ। ਚੜ੍ਹਦੇ ਵੱਲ ਨੂੰ ਪਾਣੀ ਦਿੰਦੇ ਸਨ, ਇੱਧਰ ਰੱਬ ਵਸਦਾ ਆ। ਮੇਰੇ ਦਾਤਾਰ ਪਾਤਸ਼ਾਹ ਜੀ ਗਏ, ਉਹਨਾਂ ਨੇ ਲਹਿੰਦੇ ਵੱਲ ਨੂੰ ਪਾਣੀ ਦੇਣਾ ਸ਼ੁਰੂ ਕਰਤਾ। ਪੰਡਤ ਆਣ ਕੇ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਇੱਧਰ ਥੋੜੀ ਭਗਵਾਨ ਹੈ, ਇਹ ਪਾਣੀ ਕਿੱਧਰ ਨੂੰ ਰੋੜੀ ਜਾਂਦਾ ਆ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਨੂੰ ਸਵਾਲ ਕਰਦੇ ਹੋ, ਪਹਿਲਾਂ ਤੁਸੀਂ ਦੱਸੋ ਕਿੱਧਰ ਰੋੜ ਰਹੇ ਹੋ? ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਣੀ ਦਿੰਦੇ ਆ। ਕਹਿੰਦੇ ਕਿਉਂ ਦਿੰਦੇ ਹੋ? ਕਹਿੰਦੇ ਸੂਰਜ ਨੂੰ ਪਾਣੀ ਤਾਂ ਦਿੰਦੇ ਆ, ਸਾਡੇ ਚੜ੍ਹਾਈ ਕਰ ਗਏ ਨੇ ਬਜ਼ੁਰਗ, ਤੇ ਬਜ਼ੁਰਗ ਅੱਗੇ ਧਿਆਏ ਨੇ, ਉਹਨਾਂ ਨੂੰ ਪਾਣੀ ਚਾਹੀਦਾ, ਤੇ ਅਸੀਂ ਸੂਰਜ ਨੂੰ ਪਾਣੀ ਦਿੰਦੇ ਆ। ਸੂਰਜ ਡਿਸਟ੍ਰੀਬਿਊਟਰ ਹੈ, ਸਾਡੇ ਬਜ਼ੁਰਗਾਂ ਤੱਕ ਪਾਣੀ ਪਹੁੰਚਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਠੀਕ ਹੈ ਭਾਈ, ਓਕੇ ਹੈ, ਮੈਂ ਸੂਰਜ ਨੂੰ ਨਹੀਂ ਦੇ ਰਿਹਾ, ਮੈਂ ਤਾਂ ਸੁਲਤਾਨਪੁਰੋਂ ਆਇਆ ਤੇ ਸੁਲਤਾਨਪੁਰ ਮੈਂ ਕਣਕ ਬੀਜ ਕੇ ਆਇਆ, ਸਾਡੀ ਕਣਕ ਸੁੱਕਦੀ ਸੀ, ਮੈਂ ਨਿਕਲ ਆਇਆ ਪ੍ਰਚਾਰ ਯਾਤਰਾ ਤੇ, ਮੇਰੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਕਣਕ ਨੂੰ ਪਾਣੀ ਦੇ ਦਈਏ। ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣੀ ਤੇ ਪੰਡਤ ਕਹਿੰਦੇ ਬਾਬਾ ਸੁਣਿਆ ਤੇ ਤੇਰੇ ਬਾਰੇ ਇਹ ਹੈ ਵੀ ਤੂੰ ਸਿਆਣਾ ਬਹੁਤ ਹੈ, ਪਰ ਗੱਲਾਂ ਤੇ ਤੇਰੀਆਂ ਸਿਆਣੀਆਂ ਹੈ ਕੋਈ ਨਹੀਂ। ਕਹਿੰਦੇ ਕਿਉਂ ਸਿਆਣੀ ਕਿਉਂ ਨਹੀਂ ਹੈ? ਕਹਿੰਦੇ ਪਾਣੀ ਜਿਹੜਾ ਐਨੂੰ ਰੋੜੀ ਜਾਂਦੇ ਹੋ, ਇਹ ਪਾਣੀ ਤੇ ਵਾਪਸ ਨਦੀ 'ਚ ਪਈ ਜਾਂਦਾ ਹੈ, ਇਹ ਗੰਗਾ 'ਚ ਵਾਪਸ ਪਈ ਜਾਂਦਾ ਹੈ, ਸੁਲਤਾਨਪੁਰ ਥੋੜੀ ਪਹੁੰਚਣਾ ਆ।
ਤੇ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ, ਵਾਹ ਓਏ ਚਲਾਕ ਪੰਡਤਾ, ਮੇਰਾ ਤੇ ਪਾਣੀ ਦਿਸਦਾ ਤੈਨੂੰ ਵਾਪਸ ਆ ਕੇ ਨਦੀ 'ਚ ਪੈਂਦਾ, ਤੇ ਤੇਰੇ ਵਾਲਾ, ਮੇਰੇ ਵਾਲਾ ਤਾਂ ਤੂੰ ਕਹਿਤਾ ਵੀ ਵਾਪਸ ਆਉਂਦਾ ਆ, ਤੇਰੇ ਵਾਲਾ ਕਿੱਥੇ ਜਾਂਦਾ ਆ? ਮੱਥੇ ਤੇ ਹੱਥ ਮਾਰਿਆ ਪੰਡਤ ਨੇ, ਚਰਨਾਂ ਤੇ ਡਿੱਗਿਆ ਗੁਰੂ ਨਾਨਕ ਸਾਹਿਬ ਜੀ ਤੇ। ਸੱਚੀ ਮੁੱਚੀ ਬਹੁਤ ਪਖੰਡੀਆਂ ਅਸੀਂ, ਨਹੀਂ ਪਤਾ ਸੀ ਸਾਨੂੰ, ਐਂ ਕਿਵੇਂ ਹੋ ਸਕਦਾ ਆ? ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੇਰਾ ਸੁਲਤਾਨਪੁਰ ਤਾਂ ਇਸੇ ਧਰਤੀ ਤੇ ਹੀ ਹੈ, ਇੱਥੋਂ 1500-1600 ਕਿਲੋਮੀਟਰ ਹੋਏਗਾ, 2000 ਕਿਲੋਮੀਟਰ ਹੋਏਗਾ, 800 ਕਿਲੋਮੀਟਰ ਹੋਏਗਾ, ਪਰ ਤੇਰਾ ਸੂਰਜ ਤਾਂ ਹਜ਼ਾਰਾਂ ਮੀਲ ਦੂਰ ਹੈ। ਜੇ ਮੇਰਾ 800 ਕਿਲੋਮੀਟਰ ਤੇ ਪਾਣੀ ਨਹੀਂ ਜਾਣਾ, ਜੇ ਮੇਰਾ ਪਾਣੀ ਇੰਨੀ ਦੂਰ ਨਹੀਂ ਪਹੁੰਚਣਾ, ਤੇ ਤੇਰਾ ਪਾਣੀ ਇੰਨੀ ਦੂਰ ਕਿਵੇਂ ਪਹੁੰਚੇਗਾ? ਹੱਥ ਜੋੜ ਕੇ ਚਰਨਾਂ 'ਚ ਬੰਦਨਾ ਕੀਤੀ ਪੰਡਤਾਂ ਨੇ। ਬਾਬਾ ਸੱਚੀ ਨਹੀਂ ਸਮਝ ਲੱਗੀ ਸਾਨੂੰ, ਅੱਜ ਰੋਕ ਕੇ ਵਿਖਾਓ। ਜਗਨਨਾਥ ਵਿੱਚ ਰੋਕੀ ਆਰਤੀ, ਪੰਡਤ ਬਾਹੋਂ ਫੜ ਕੇ ਉਹ ਆਰਤੀ ਕਰਦੇ ਸੀ ਏਦਾਂ। ਗੁਰੂ ਸਾਹਿਬ ਨੇ ਉਹਨਾਂ ਦੀ ਆਰਤੀ ਰੋਕੀ। ਲਹਿੰਦੇ ਵੱਲ ਨੂੰ ਦਿੱਤਾ ਪਾਣੀ, ਗੰਗਾ ਦੇ ਵਿੱਚ ਖੜ ਕੇ ਤੂੰ ਅੱਜ ਕਿਵੇਂ ਕੋਈ ਥਾਲੀ ਖੋਲੂ ਤੇਰੇ ਵੀਰ ਜਵਾਨਾਂ ਤੋਂ? ਅੱਜ ਬਾਬਾ ਤੇਰੀ ਸਿੱਖੀ ਨੂੰ ਖਤਰਾ ਹੈ ਧਰਮ ਅਸਥਾਨਾਂ ਤੋਂ, ਕਿਸੇ ਤੋਂ ਨਹੀਂ ਖਤਰਾ ਸਿੱਖੀ ਨੂੰ। ਸਿੱਖੀ ਨੂੰ ਕੌਣ ਮੁਕਾ? ਸਾਰੀ ਦੁਨੀਆ ਇੱਕ ਬੰਨੇ ਹੋ ਜਾਏ, ਸਿੱਖ ਇੱਕ ਹੋਵੇ, ਪਰ ਹੋਵੇ ਸਿੱਖ। ਔਕਾਤ ਨਹੀਂ ਕਿਸੇ ਦੀ ਸਿੱਖੀ ਮੁਕਾ ਜਾਏ, ਪਰ ਹੋਣਾ ਸਿੱਖ ਚਾਹੀਦਾ ਹੈ ਬਸ। ਸਿੱਖ ਹੋਵੇ ਬਾਬੇ ਨਾਨਕ ਦਾ, ਜੁਰਤ ਹੋਵੇ ਬਾਬੇ ਨਾਨਕ ਵਾਲੀ, ਕੁਆਲਿਟੀ ਹੋਵੇ ਬਾਬੇ ਨਾਨਕ ਵਾਲੀ। ਕੋਈ ਨਹੀਂ ਜੰਮਿਆ ਸਿੱਖੀ ਨੂੰ ਖਤਮ ਕਰ ਦੇਣ ਵਾਲਾ। ਪਰ ਗੱਲ ਇਹ ਹੈ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਸਮਝ ਕਿੱਥੋਂ ਪਾਏ ਆ? ਗੁਰੂ ਦੇ ਚਰਨਾਂ ਵਿੱਚ ਆਣ ਕੇ ਇਹ ਦਾਨ ਮੰਗੀਏ, ਮਾਲਕਾ ਸਾਡੇ ਅੰਦਰ ਵੀ ਇਹ ਗੁਣ ਪੈਦਾ ਕਰੋ, ਜਿਹੜੇ 5 ਰੋਗਾਂ ਦੇ ਵੱਸ ਪੈ ਕੇ ਅਸੀਂ ਸਾਰਾ ਕੁਝ ਦਾਅ ਤੇ ਲਾ ਦਿੰਨੇ ਆ, ਇਹਨਾਂ 5 ਰੋਗਾਂ ਨੂੰ ਆਪਣੀ ਲਾਈਫ ਵਿੱਚੋਂ ਬਾਹਰ ਕੱਢ ਸਕੀਏ। ਇਹਨੂੰ ਨਾ ਵਸਣ ਦਈਏ ਆਪਣੇ ਘਰ। ਇਹ ਗੁਣ ਗੁਰੂ ਸਾਹਿਬ ਜੀ ਕਰਦੇ ਆ। ਦੁਖੀ ਅਸੀਂ ਨਹੀਂ ਹੁੰਦੇ, ਦੁਖੀ ਸਾਨੂੰ ਲੋਭ ਕਰਦਾ ਆ। ਤੁਸੀਂ ਥੋੜੀ ਦੁਖੀ ਹੁੰਨੇ ਆ, ਲੋਭ ਦੁਖੀ ਕਰਦਾ ਆ। ਰਿਸ਼ਤਿਆਂ 'ਚ ਘਰ ਬਣਦੀ ਕਿਉਂ ਨਹੀਂ ਭਲਾ? ਲੋਭ ਹੈ। ਵਕਤ ਨਹੀਂ, ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ। ਸਾਰੀ ਕਹਾਣੀ ਦਿਮਾਗ ਤੇ ਖੜੀ ਹੈ, ਤੇ ਰਿਸ਼ਤੇ ਦਿਲ ਨਾਲ ਨਿਭਦੇ ਆ, ਦਿਮਾਗ ਨਾਲ ਨਹੀਂ ਨਿਭਦੇ। ਦਿਮਾਗ ਨੂੰ ਮੈਥਮੈਟਿਕਸ ਆਉਂਦੀ ਹੁੰਦੀ ਹੈ, ਦਿਮਾਗ ਜੋੜ ਘਟਾਓ ਜਾਣਦਾ ਆ, ਦਿਮਾਗ ਵਧਾ ਘਟਾ ਕੇ ਵੇਂਦਾ ਆ। ਦਿਲ ਨਾਲ ਰਿਸ਼ਤੇ ਨਿਭਦੇ ਆ, ਦਿਮਾਗ ਨਾਲ ਤਾਂ ਵਪਾਰ ਹੁੰਦੇ ਆ, ਸੌਦੇ ਹੁੰਦੇ ਆ। ਜਦੋਂ ਰਿਸ਼ਤਿਆਂ 'ਚ ਵੀ ਸੌਦਾ ਹੋ ਜਾਏ ਤੇ ਫਿਰ ਨਿਭਣੇ ਕਿੱਥੋਂ ਹੁੰਦੇ ਆ? ਉਹ ਵਪਾਰ ਹੈ ਨਾ। ਫਿਰ ਤਾਂ ਕਮਾਈਆਂ ਜੋੜ ਕੇ ਵੇਖੀਆਂ ਜਾਣਗੀਆਂ। ਤੇ ਜਿੱਥੇ ਦਿਲੋਂ ਪਿਆਰ ਹੋਵੇ ਫਿਰ ਬੰਦਾ ਸੌਦਾ ਨਹੀਂ ਵੇਂਦਾ, ਫਿਰ ਤਾਂ ਜਾਨ ਦੇਣ ਤੱਕ ਜਾਂਦਾ ਹੈ ਰਿਸ਼ਤਿਆਂ ਵਿੱਚ। ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਇਹ ਗੱਲ ਸਮਝ ਲੱਗੇ। ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ। ਇਦਾਂ ਮੈਂ ਇਹਨਾਂ ਸਾਰੀਆਂ ਚੀਜ਼ਾਂ 'ਚ ਉਲਝਿਆ ਹੋਇਆ ਆ। ਇਹਨਾਂ ਮਾਨ ਮੋਹ ਨੇ ਮੈਨੂੰ ਉਲਝਾਇਆ ਹੋਇਆ। ਮੇਰੇ ਰੁਤਬੇ, ਮੇਰੀਆਂ ਜ਼ਿੰਮੇਵਾਰੀਆਂ, ਮੇਰੇ ਸਾਰੇ ਕੰਮ ਇਹਨੇ ਤਿਆਗ ਦਿੱਤੇ ਹੋਏ। ਮੁਸ਼ਕਿਲ ਸਿਰਫ ਜ਼ਿੰਮੇਵਾਰੀ ਦੀ ਹੈ। ਅਸੀਂ ਆਪਣੇ ਥਾਂ ਤੇ ਜ਼ਿੰਮੇਵਾਰ ਨਹੀਂ। ਜਿਹੜੀ ਚੀਜ਼, ਗੱਡੀ ਤਾਂ ਆ ਜੇ ਗੱਡੀ ਦਾ ਹਰ ਪਾਰਟ ਜ਼ਿੰਮੇਵਾਰੀ ਨਿਭਾ ਰਿਹਾ ਹੈ। ਪਾਰਟ ਵੱਡਾ ਹੋਵੇ ਛੋਟਾ ਹੋਵੇ ਮੈਟਰ ਨਹੀਂ ਕਰਦਾ। ਮੈਟਰ ਕਰਦਾ ਵੀ ਉਹ ਆਪਣਾ ਰੋਲ ਪਲੇ ਕਰ ਰਿਹਾ ਕਿ ਨਹੀਂ ਕਰ ਰਿਹਾ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਘੜੀ ਤਾਂ ਆ ਜੇ ਟਾਈਮ ਦੱਸਦੀ ਹੈ। ਜੇ ਟਾਈਮ ਨਹੀਂ ਦੱਸਦੀ ਤੇ ਘੜੀ ਦੀ ਕੀਮਤ ਭਾਵੇਂ ਜਿੰਨੀ ਮਰਜ਼ੀ ਹੋਵੇ ਉਹ ਕੀਮਤ ਨਹੀਂ ਰੱਖਦੀ। ਕੀਮਤ ਉਹਦੀ ਇਹ ਹੈ ਵੀ ਉਹ ਟਾਈਮ ਦੱਸਦੀ ਹੈ। ਟਾਈਮ ਦੱਸਣ ਵਾਲੀ ਘੜੀ ਹੈ, ਕੀਮਤ ਵਾਲੀ ਘੜੀ ਨਹੀਂ ਹੁੰਦੀ। ਟਾਈਮ ਸਮਝ ਆਵੇ ਫਿਰ ਸਮਝੋ ਅਸੀਂ ਬੰਦੇ ਆ। ਸਤਿਗੁਰੂ ਜੀ ਕਹਿੰਦੇ, ਜਿੱਦਣ ਭਾਈ ਤੈਨੂੰ ਇਸ ਗੱਲ ਦੀ ਸਮਝ ਲੱਗੇਗੀ ਉਦਣ ਇਹਦਾ ਖਹਿੜਾ ਛੱਡੇਗਾ। ਤਾਂ ਕਿ ਸ਼ਰਨ ਸਾਧੂਆਂ, ਇਹਨਾਂ ਦੀ ਸ਼ਰਨ ਛੱਡ, ਸਾਧੂ ਦੀ ਸ਼ਰਨਾ। ਸਾਧੂ ਮੀਨਿੰਗ ਗੁਰੂ, ਗੁਰੂ ਦੀ ਸ਼ਰਨ ਆਏਗਾ। ਦੂਤ ਸੰਗ ਨਿਵਾਰ, ਇਹਨਾਂ ਦੂਤਾਂ ਨਾਲੋਂ ਤੇਰਾ ਖਹਿੜਾ ਸਤਿਗੁਰੂ ਜੀ ਛੁਡਾ ਦੇਣਗੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਇਹ ਦੁਸ਼ਟ ਵਸ ਕਰਤੇ, ਗੁਰੂ ਦੀ ਸ਼ਰਨ ਵਿੱਚ ਆਇਆ। ਹੁਣ ਨਹੀਂ ਮੇਰੇ ਤੇ ਕ੍ਰੋਧ ਦਾ ਅਸਰ ਹੁੰਦਾ। ਗੁੱਸਾ ਆਉਂਦਾ ਆ, ਉਸੇ ਵੇਲੇ ਮੈਂ ਆਪਣੇ ਗੁਰੂ ਨੂੰ ਚੇਤੇ ਕਰਦਾ। ਜਿੰਨਾ ਜਵਾਬ ਦੇਣਾ ਹੁੰਦਾ ਓਨਾ ਦਿੰਦਾ ਆ, ਬਾਕੀ ਮੈਂ ਪਰੇਸ਼ਾਨ ਨਹੀਂ ਹੁੰਦਾ। ਹੁਣ
ਕੋਟ ਜਨਮ ਜੋਨ ਭ੍ਰਮਿਓ। ਕਰੋੜਾਂ ਜਨਮ, ਹੁਣ ਕਰੋੜਾਂ ਜਨਮ ਜਦੋਂ ਬਾਣੀ 'ਚ ਆਉਂਦਾ ਤਾਂ ਆਪਾਂ ਉਸੇ ਵੇਲੇ ਅੱਛਾ ਜੀ ਫਿਰ ਮੈਂ ਇੰਨਾ ਜਨਮਾਂ 'ਚੋਂ ਹੋ ਕੇ, ਨਾ ਇੱਥੇ ਹੀ ਕਰੋੜਾਂ ਜਨਮ ਭੋਗ ਰਹੇ ਹਾਂ ਆਪਾਂ। ਕੋਈ ਪਿਛਲੇ ਜਨਮਾਂ ਦੀ ਗੱਲ ਨਹੀਂ ਚੱਲ ਰਹੀ, ਕਿਹੜਾ ਜਨਮ ਨਹੀਂ ਭੋਗਦੇ ਇੱਥੇ, ਸਾਰੇ ਜਨਮ ਇੱਥੇ ਹੀ ਭੋਗਦੇ ਆ। ਗੁਰੂ ਸਾਹਿਬ ਜੀ ਕਹਿੰਦੇ, ਸ਼ਬਦ ਪੜ੍ਹ ਕੇ ਵੇਖਿਓ ਬਾਬਾ ਕਬੀਰ ਜੀ ਦਾ ਕਿਤੇ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੇ, ਪਹਿਲ ਚੋਲੜਾ ਗਧਾ ਨਾਚੇ, ਭੈਂਸਾ ਭਗਤ ਕਰਾਵੇ। ਕਹਿੰਦੇ ਰਬਾਬੀ ਜਿਹੜਾ ਆ ਨਾ, ਰਬਾਬ ਜਿਹਦੇ ਹੱਥ 'ਚ ਹੈ, ਹੋਣਾ ਚਾਹੀਦਾ ਸੀ ਬਾਬੇ ਨਾਨਕ ਦਾ ਪਿਆਰਾ ਹੱਥ 'ਚ ਰਬਾਬ ਫੜ ਕੇ ਹਾਥੀ ਬਣਿਆ ਪਿਆ। ਦਿਮਾਗ 'ਚ ਕਾਮ ਚੱਲੀ ਜਾਂਦਾ, ਹੱਥ 'ਚ ਰਬਾਬ ਹੈ, ਚੱਲਣੀ ਦਿਮਾਗ 'ਚ ਵੀ ਰਬਾਬ ਚਾਹੀਦੀ ਹੈ। ਜੇ ਰਬਾਬ ਦਿਮਾਗ 'ਚ ਚੱਲ ਜਾਏ ਫਿਰ ਬਦਲ ਜਾਏਗੀ ਕਹਾਣੀ। ਫੀਲ ਰਬਾਬੀ ਬਲਦ ਪਖਾਵਜ, ਤੇ ਕਹਿੰਦੇ ਕਾਂ ਖੜਤਾਲਾਂ ਵਜਾ ਰਿਹਾ। ਕਾਂ, ਧਿਆਨ ਖੜਤਾਲਾਂ 'ਚ ਨਹੀਂ ਹੈ, ਧਿਆਨ ਭਗਤੀ ਵਿੱਚ ਨਹੀਂ ਹੈ, ਹੱਥ 'ਚ ਖੜਤਾਲਾਂ ਨੇ, ਸੁਰਤ ਵਿੱਚ ਤਾਂ ਹੋਰ ਚੱਲਦਾ ਆ ਕੁਝ। ਤੇ ਸਤਿਗੁਰੂ ਜੀ ਫਿਰ ਕਹਿੰਦੇ, ਪਹਿਲ ਚੋਲੜਾ ਗਧਾ ਨਾਚੇ। ਐਂ ਲੱਗਦਾ ਜਿਵੇਂ ਗਧੇ ਨੇ ਚੋਲਾ ਪਾ ਲਿਆ ਹੋਵੇ। ਤੇ ਕਿੰਨੇ ਗਧੇ ਚੋਲਿਆਂ ਵਾਲੇ ਜੇਲਾਂ 'ਚ ਫਿਰਦੇ ਨਾ, ਹੁਣ ਗਧਿਆਂ ਨੇ ਪਾਏ ਸੀ ਨਾ ਚੋਲੇ, ਬੰਦਿਆਂ ਨੇ ਪਾਏ ਹੁੰਦੇ ਫਿਰ ਕਿਉਂ ਹੁੰਦਾ ਏਦਾਂ। ਪਰ ਇਹ ਸ਼ਬਦਾਂ ਦਾ ਕੀਰਤਨ ਨਹੀਂ ਹੋਣਾ, ਇਹਨਾਂ ਸ਼ਬਦਾਂ ਦਾ ਪਾਠ ਕਦੀ ਨਹੀਂ ਹੋਣਾ, ਇਹਨਾਂ ਸ਼ਬਦਾਂ ਦੀ ਕਦੀ ਸੁਣਿਆ ਕੀਰਤਨ ਤੁਸੀਂ? ਇਹਨਾਂ ਸ਼ਬਦਾਂ ਕਦੀ ਕੌਣ ਕਰੇਗਾ ਬਈ? ਵਿਆਹ 'ਚ ਇਹਨਾਂ ਸ਼ਬਦਾਂ ਦਾ ਕੀਰਤਨ ਹੋਵੇ ਰੌਲਾ ਨਹੀਂ ਪੈ ਜਾਏਗਾ, ਕਿਉਂਕਿ ਉੱਥੇ ਤਾਂ ਪਤਾ ਨਹੀਂ ਕਿੰਨੇ ਕੰਮ ਹੀ ਫਿਰਦੇ ਹੁੰਦੇ ਨੇ। ਨਗਰ ਕੀਰਤਨ 'ਚ ਇਹਨਾਂ ਸ਼ਬਦਾਂ ਦੇ ਕਿਤੇ ਕੀਰਤਨ ਹੋਵੇ, ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ ਵੀ ਸਾਡਾ ਤਾਂ ਸਾਰੇ ਦਾ ਸਾਰਾ ਸਿਲਸਿਲਾ ਵਿਗੜ ਗਿਆ ਭਾਈ। ਕਰੋੜਾਂ ਜਨਮ ਸਾਡੀ ਜ਼ਿੰਦਗੀ ਦੇ ਬਰਬਾਦ। ਹਾਰ ਪਰਿਓ ਤੋਂ ਦਵਾਰ, ਤੇਰੇ ਦੁਆਰੇ ਤੇ ਆ ਗਿਆ ਸਤਿਗੁਰੂ ਜੀ, ਕਿਰਪਾ ਗੋਬਿੰਦ ਭਈ, ਮਾਲਕ ਦੀ ਕਿਰਪਾ ਹੋ ਗਈ, ਮਿਲਿਓ ਨਾਮ ਆਧਾਰ। ਆਪਣੀ ਗੱਲ ਚੱਲਦੀ ਹੈ ਜੀ, ਮੇਰੀ ਗੱਲ ਚੱਲਦੀ ਹੈ। ਮੈਂ ਆਪਣੇ ਆਪ ਨੂੰ ਕਹਾਂ ਮੈਨੂੰ ਨਾਮ ਦਾ ਆਸਰਾ ਮਿਲ ਗਿਆ, ਤੁਸੀਂ ਆਪਣੇ ਆਪ ਲਈ ਕਹੋ। ਮੈਂ ਤੁਹਾਡੇ ਲਈ ਨਹੀਂ, ਤੁਸੀਂ ਮੇਰੇ ਲਈ ਨਹੀਂ। ਕੋਈ ਕਿਸੇ ਲਈ ਨਹੀਂ ਜੀਂਦਾ ਇੱਥੇ, ਕੋਈ ਕਿਸੇ ਲਈ ਧਰਮ ਨਹੀਂ ਕਮਾ ਸਕਦਾ। ਇਹ ਪੁਜਾਰੀ ਬੰਦਿਆਂ ਦੀ ਕਾਢ ਹੈ। ਤੁਹਾਨੂੰ ਉਹਨਾਂ ਨੇ ਕਿਹਾ ਪੈਸੇ ਸਾਨੂੰ ਦੇ ਦਿਓ, ਧਰਮ ਤੁਹਾਡਾ ਅਸੀਂ ਕਮਾ ਲਾਂਗੇ। ਤੁਹਾਨੂੰ ਧਰਮ ਮਿਲੇ ਨਾ ਮਿਲੇ, ਪਰ ਉਹਨਾਂ ਕੋਲ ਪੈਸੇ ਜ਼ਰੂਰ ਪਹੁੰਚ ਗਏ। ਉਹਨਾਂ ਦੀ ਲੋੜ ਪੂਰੀ ਹੋ ਗਈ, ਤੁਹਾਡੀ ਹੋਈ ਨਹੀਂ ਹੋਈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇਜ਼ ਬਹੁਤ ਨੇ ਬੰਦੇ। ਸਤਿਗੁਰੂ ਜੀ ਰਹਿਮਤ ਕਰਦੇ। ਦੁਲੱਭ ਜਨਮ ਸਫਲ, ਜਨਮ ਨੂੰ ਸਫਲਾ ਬਣਾ ਭਾਈ। ਸਫਲਾ ਮੀਨਿੰਗ ਜ਼ਿੰਮੇਵਾਰ। ਜਿਹੜਾ ਬੰਦਾ ਆਪਣੇ ਕੰਮ ਵਿੱਚ ਕਾਮਯਾਬ ਹੋ ਜਾਏ, ਆਪਾਂ ਕਹਿੰਦੇ ਵੀ ਇਹਦੇ ਕੰਮ ਕਰਨਾ ਸਫਲ ਹੋ ਗਿਆ। ਤੁਸੀਂ ਕਿਤੇ ਸਫ਼ਰ ਤੈਅ ਕਰਕੇ ਜਾਓ ਤੇ ਜਿਹੜੇ ਕੰਮ ਲਈ ਜਾਂਦੇ ਹੋ, ਜੇ ਉਹ ਕੰਮ ਹੋ ਜਾਏ ਤੇ ਆਪਾਂ ਕਹਿੰਦੇ ਮੇਰਾ ਆਉਣਾ ਸਫਲ ਹੋ ਗਿਆ। ਗੁਰੂ ਸਾਹਿਬ ਕਹਿੰਦੇ ਤੇਰੇ ਮਨੁੱਖਾ ਜਨਮ ਦਾ ਸਫਲ ਹੋਣਾ, ਮਨੁੱਖ ਨੂੰ ਉਹਦੇ ਵਿੱਚ ਪੈਦਾ ਕਰਕੇ ਵਿਖਾਉਣਾ ਆ। ਨਾਨਕ ਭਵ ਉਤਾਰ ਪਾਰ, ਹੈ ਨਾਨਕ ਜੀ ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਲਓ। ਆਓ ਗੁਰੂ ਕੇ ਪਿਆਰਿਓ, ਆਪਾਂ ਵੀ ਗੁਰੂ ਚਰਨਾਂ 'ਚ ਅਰਦਾਸ ਕਰੀਏ। ਇਹ ਦਾਨ ਗੁਰੂ ਚਰਨਾਂ ਦੇ ਵਿੱਚੋਂ ਆਣ ਕੇ ਮੰਗੀਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਨੂੰ ਉਹ ਰੱਬੀ ਗੁਣਾਂ ਦੀ ਦਾਤ ਦੇ ਦੇਣ, ਜਿਹੜੀ ਹਿੰਮਤ ਗੁਰੂ ਨਾਨਕ ਸਾਹਿਬ ਜੀ ਵਿੱਚ ਸੀ, ਜਿਹੜੀ ਹਿੰਮਤ ਕਲਗੀਆਂ ਵਾਲੇ ਵਿੱਚ, ਅਜੀਤ ਸਿੰਘ ਵਿੱਚ, ਜੁਝਾਰ ਸਿੰਘ ਵਿੱਚ, ਜੋਰਾਵਰ ਵਿੱਚ ਸੀ, ਉਹ ਸਾਡੇ ਵਿੱਚ ਵੀ ਆਵੇ। ਦ੍ਰਿੜਤਾ ਨਾਲ ਬਾਣੀ ਦੀ ਗੱਲ ਸਮਝੀਏ, ਆਪਣੇ ਆਪ ਨੂੰ ਬਾਣੀ ਦੀ ਕਸਵੱਟੀ ਤੇ ਪਰਖ ਕੇ ਵੇਖੀਏ। ਜਿਹੜੀ ਖੋਟ ਹੈ ਆਪਣੀ ਜ਼ਿੰਦਗੀ ਦੇ ਅੰਦਰੋਂ ਉਹਨੂੰ ਕੱਢ ਦਈਏ, ਤਾਂ ਕਿ ਅਸੀਂ ਖਾਲਸ ਬਣ ਕੇ ਗੁਰੂ ਚਰਨਾਂ 'ਚ ਪ੍ਰਵਾਨ ਚੜ੍ਹ ਸਕੀਏ। ਆਓ ਅਦਬ ਸਤਿਕਾਰ ਦੇ ਨਾਲ ਬਾਣੀ ਨਾਲ ਸਾਂਝ ਬਣਾ ਰਹੇ ਸਾਰੇ ਸਤਸੰਗੀਆਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਇਸੇ ਤਰ੍ਹਾਂ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼, ਤਿੰਨਾਂ ਦਾ ਢਾਡੀ ਜਥਾ ਬੜੇ ਪਿਆਰ ਨਾਲ ਇਤਿਹਾਸ ਨੂੰ, ਗੁਰਬਾਣੀ ਦੀ ਕਸਵੱਟੀ ਤੇ ਮੈਂ ਬੜੀ ਵਾਰ ਜ਼ਿਕਰ ਕਰਦਾ। ਬਹੁਤ ਢਾਡੀ ਅਸੀਂ ਸੁਣਦੇ ਹਾਂ, ਬਹੁਤ ਢਾਡੀਆਂ ਨਾਲ ਸਾਡਾ ਵਾਹ ਪੈਂਦਾ ਆ, ਪਰ ਬਹੁਤ ਘੱਟ ਢਾਡੀ ਹੁੰਦੇ ਆ ਜਿਹੜੇ ਬਾਣੀ ਨੂੰ ਸਮਝ ਕੇ ਇਤਿਹਾਸ ਨੂੰ ਸੁਣਾਉਂਦੇ ਆ। ਜਿਹੜੀ ਗੱਲ ਬਾਣੀ ਦੀ ਕਸਵੱਟੀ ਤੇ ਨਹੀਂ ਖਰੀ ਉਤਰਦੀ, ਉਹਨੂੰ ਸਾਨੂੰ ਦਿਮਾਗ ਲਾ ਕੇ ਸਮਝਣ ਦੀ ਲੋੜ ਹੁੰਦੀ ਹੈ। ਸੋ ਕੋਸ਼ਿਸ਼ ਕਰਿਆ ਕਰੀਏ ਅਸੀਂ ਬਾਣੀ ਤੇ ਇਤਿਹਾਸ ਨਾਲ ਜੁੜੀਏ। ਪਿਆਰ ਨਾਲ ਦਾਸਰੇ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ, ਮਾਲਕ ਦਾ ਸ਼ੁਕਰਾਨਾ ਕਰਦੇ ਹਾਂ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।